वार भले। घड़ी मुहत पल साचे आए सहज मिले। महादिवस मूरत भले जिसको नदर करे। नानक मंगै दर सुदान कृपा करो हरे। नानक मंगै दर सुदान कृपा करो हरे। सतनाम वाहिगुरु साहिब जियो। 12 महा मांझ महला पंजवा। घर चौथा एक ओंकार सतगुर प्रसाद। हर जेठ जुड़ंदा लोड़ीऐ जिस अग्गै सब निवन्न। हर सज्जन दावण लग्गिया किसै न दे बन्न। हर जेठ जुड़ंदा लोड़ीऐ जिस अग्गै सब निवन्न। हर सज्जन दावण लग्गिया किसै न दे बन्न। माणक मोती नाम प्रभ उन लग्गै नाही सन्न। रंग सभे नारायण जेते मन पावन। जो हर लोड़े सो करे सोई जी करन। जो प्रभ कीते अपने से कहिए धन। आपन लिया जे मिलै विछुड़ क्यों रोवन। साधु संग परापते नानक रंग माणन। हर जेठ रंगीला तिस धनी जिसकै भाग मथन। साधु संग परापते नानक रंग माणन। हर जेठ रंगीला तिस धनी जिसकै भाग मथन। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी दातार पिता अकाल पुरख जी अपरपार मेहरामत है। मनुखी जीवन के सफ़र ਨੂੰ माण रहे हैं। आप घरां थावां ते टैलीविजन राही सोशल मीडिया राही यूट्यूब चैनल राही गुरु शब्द के नाल अपने आप को सरशार कर रहे हो। ये भी वडभागता है। शाम का दीवान गुरुद्वारा साहब तो चल रहा है। अजे हुणे कीर्तन का समापन होया है। उपरंत आप जी ने कथा विचार दे नाल जो सांझ पाउनी है उस गोचरे
ਜੋ ਗੁਰਵਾਕ ਗੁਰਬਚਨ ਗਾਏ ਪੜ੍ਹੇ ਗਏ ਨੇ, ਅਲਾਪੇ ਗਏ ਨੇ, ਇਹ ਰਚਨਾ 12 ਮਾਹ ਵਿੱਚੋਂ ਨੇ। ਮਾਝ ਰਾਗ ਦਾ ਸ਼ਿੰਗਾਰ ਹੈ। ਗੁਰੂ ਅਰਜਨ ਪਾਤਸ਼ਾਹ ਜੀ, ਪੰਚਮ ਨਾਨਕ ਜੀ ਇਹਨਾਂ ਬਚਨਾਂ ਨੂੰ ਉਚਰਿਤ ਕਰ ਰਹੇ ਨੇ। ਲੜੀਵਾਰ ਗੁਰਬਾਣੀ ਕਥਾ ਦੇ ਵਿੱਚ ਪੌਜ਼ ਦਿੰਦਿਆਂ ਅੱਜ ਇਹ ਪਦਾਪ ਜਿਹਨੇ ਸਰਵਨ ਕੀਤਾ ਹੈ, ਮੋਸਟਲੀ ਸਾਡੀਆਂ ਸਿੱਖ ਸੰਗਤਾਂ ਜਿਸ ਚੀਜ਼ ਤੋਂ ਬੜੇ ਭਲੀ ਭਾਂਤ ਵਾਕਿਫ ਨੇ। ਦੇਸੀ ਮਹੀਨਿਆਂ ਦੀ ਵੰਡ ਮੁਤਾਬਕ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਜੋ ਦੁਨੀਆ ਭਰ ਦੇ ਵਿੱਚ ਕਲਚਰ ਆ, ਉਹ ਜਸਟ ਇੱਕੋ ਹੀ, ਉਹ ਐਂਗਲੋ ਸੈਕਸਨ ਜਿਹੜਾ ਕਬੀਲਾ ਇੱਕ ਜਜ਼ੀਰੇ ਵਿੱਚ ਆਇਆ, ਜਿਹਨੂੰ ਅਸੀਂ ਇੰਗਲੈਂਡ ਦੇ ਰੂਪ ਵਿੱਚ ਯਾਦ ਕਰਦੇ ਹਾਂ। ਉਹਨਾਂ ਦੀ ਲੈਂਗੁਏਜ, ਉਹਨਾਂ ਦੇ ਇੰਸਟੀਟਿਊਸ਼ਨ, ਉਹਨਾਂ ਦਾ ਰਹਿਣ ਸਹਿਣ, ਉਹ ਇੱਕ ਤਰ੍ਹਾਂ ਦੇ ਨਾਲ ਉਹਦੇ ਇਨਫਲੂਐਂਸ ਆਲ ਓਵਰ ਦਾ ਗਲੋਬ ਉਸ ਤਰੀਕੇ ਨਾਲ ਚੱਲ ਰਿਹਾ। ਅੱਜ ਸਾਰੀ ਦੁਨੀਆ ਉਸ ਜਿਹਨੂੰ ਅਸੀਂ ਈਸਵੀ ਸੰਮਤ ਕਹਿੰਦੇ ਹਾਂ ਉਹਦੇ ਮੁਤਾਬਕ ਦੌੜਦੀ ਹੈ, ਭੱਜਦੀ ਹੈ, ਕਿਉਂਕਿ ਉਹ ਬਾਜ਼ਾਰ ਦੀ ਭਾਸ਼ਾ ਹੈ, ਵਪਾਰ ਦੀ ਭਾਸ਼ਾ ਹੈ, ਕਾਰੋਬਾਰ ਦੀ ਭਾਸ਼ਾ ਹੈ, ਉਹ ਸਾਰੇ 'ਚ ਉਸ ਰੂਪ ਵਿੱਚ। ਪਰ ਇਹਦੇ ਨਾਲ ਸਾਡੇ ਪੁਰਖੇ, ਸਾਡੇ ਬਜ਼ੁਰਗ, ਸਾਡੀਆਂ ਟਰੈਡੀਸ਼ਨਸ ਜਿਹੜੀਆਂ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗਾਂ ਦੇ ਨਾਲ ਚੱਲ ਰਹੀਆਂ ਸੀਗੀਆਂ, ਉਹਨਾਂ ਦਾ ਵੀ ਆਪਣਾ ਇੱਕ ਜੀਵਨ ਜੀਣ ਦਾ ਢੰਗ, ਤਰੀਕਾ, ਸਲੀਕਾ ਸੀਗਾ। ਸਮੇਂ ਦੀ ਮਪਾਇਸ਼ ਸੀ, ਸਮੇਂ ਦੀ ਮਪਾਇਸ਼ ਨਾਲ ਉਹਦੀਆਂ ਵੰਡਾਂ ਦੇ ਨਾਂ ਸੀਗੇ। ਜਿਵੇਂ ਜੇ ਅਸੀਂ ਕਲੋਕਵਾਈਜ਼ ਹੀ ਦੇਖਦੇ ਹੈਗੇ ਹਾਂ, ਅਤੇ ਉਹਦੇ ਲਈ ਜਿਹੜੀ ਲੈਂਗੁਏਜ ਹੈ ਸਾਡੇ ਕੋਲ, ਉਹ ਹੈਗੀ ਹੈ ਸੈਕਿੰਡ, ਮਿੰਟ, ਆਵਰ, ਇਸ ਤਰੀਕੇ ਦੇ ਨਾਲ। ਜੇ ਅਸੀਂ ਆਪਣੇ ਪੁਰਾਣੇ ਪਿਛੋਕੜ ਕਲੋਕ ਨੂੰ ਦੇਖਦੇ ਹਾਂ ਤਾਂ ਤੁਸੀਂ ਸੋਹਿਲਾ ਸਾਹਿਬ ਦੀ ਬਾਣੀ ਸ਼ਬਦ ਪੜ੍ਹਦੇ ਹੋ, ਵਿਸੂਏ, ਚੱਸਿਆਂ, ਕੜੀਆਂ, ਪੈਰਾਂ, ਇਹ ਹੈਗੇ ਨੇ। ਸਭ ਤੋਂ ਛੋਟੀ ਇਕਾਈ ਫੁਨਹੇ, ਅੱਖ ਦਾ ਫੋਰ ਹੈ, ਨਿਮਕ, ਫਿਰ ਵਿਸੂਆ ਹੈ, ਫਿਰ ਚਸਾ ਹੈ, ਫਿਰ ਪਲ ਹੈ, ਫਿਰ ਘੜੀ ਹੈ, ਫਿਰ ਪਹਿਰ ਹੈ, ਇਸ ਤਰੀਕੇ ਨਾਲ ਹੈ। ਫਿਰ ਅਗਾ ਜੇ ਵੱਡੀ ਵੰਡ ਦੇਖਦੇ ਹੈਗੇ ਆ ਅਤੇ ਉਹਦੇ ਵਿੱਚ ਇਹ ਆਉਂਦਾ ਕਿ ਇੱਥੇ ਡੇ ਐਂਡ ਨਾਈਟ ਆ ਜਾਂਦਾ, ਸਾਡੇ ਦਿਨ ਅਤੇ ਰਾਤ ਆ ਜਾਂਦਾ। ਭਾਸ਼ਾਈ ਪੱਖ ਤੋਂ ਕਹੋਗੇ ਵੱਖਰਾ ਹੈ, ਬਿਲਕੁਲ ਠੀਕ ਹੈ। ਇੱਥੇ ਵੀਕ ਆ ਜਾਂਦਾ, ਉੱਥੇ ਸਤਵਾਰਾ ਹੈ, ਸਪਤਾਹ ਜਿਹਨੂੰ ਕਹਿ ਦਿੱਤਾ ਜਾਂਦਾ ਹੈ। ਇੱਥੇ ਜੋ ਅਸੀਂ ਮੰਥ ਕਹਿ ਦਿੰਦੇ ਹਾਂ, ਸਾਡੇ ਉੱਥੇ ਮਾਹ ਹੈ। ਫਿਰ ਇੱਥੇ ਮੰਥ ਦੇ ਜਿਹੜੇ ਨੇਮਸ ਨੇ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਉਹਦੇ ਅਕੋਰਡਿੰਗਲੀ ਚੱਲਦੇ ਨੇ। ਸਾਡੇ ਦੇਸੀ ਸਿਰਨਾਵੇਂ ਜੋ ਕੈਲੰਡਰੀ ਤਾਰੀਖ ਦੇ ਮੁਤਾਬਕ ਬਣਦੇ ਨੇ, ਉਹ ਸ਼ੁਰੂਆਤ ਹੁੰਦੀ ਹੈਗੀ ਏ ਚੇਤ, ਚੇਤਰ, ਵੈਸਾਖ, ਜੇਠ, ਹਾੜ, ਸੌਣ, ਭਾਦੋਂ, ਇਸ ਤਰੀਕੇ ਨਾਲ ਅੱਗੇ ਚੱਲਦੇ। ਇਹਦੇ ਉੱਤੇ ਗੁਰੂ ਸਾਹਿਬ ਨੇ ਬਾਣੀ ਰਚੀ। ਸੋ ਬਾਣੀ ਰਚ ਕੇ ਸਾਨੂੰ ਅਧਿਆਤਮਕ ਉਪਦੇਸ਼ ਦਿੱਤਾ। ਉਸ ਅਧਿਆਤਮਕ ਉਪਦੇਸ਼ ਦੇ ਵਿੱਚ ਮਾਨਵ ਕਲਿਆਣ ਹੀ, ਜੋ ਕਿ ਮਨੁੱਖਤਾ ਦਾ ਕਲਿਆਣ, ਜਿਹੜੀ ਹਿਊਮਨ ਬੀਇੰਗ ਦੀ ਵੈਲ ਬੀਇੰਗ ਹੋਣਾ ਆ, ਜਿਹੜੀ ਜਿਹੜਾ ਉਹਦਾ ਵੈਲਫੇਅਰ ਹੈ, ਜਿਹੜਾ ਉਹਦਾ ਸੈਲਵੇਸ਼ਨ ਆ, ਉਹ ਲਿਬਰੇਸ਼ਨ ਫਰੋਮ ਆਲ ਕਾਈਂਡ ਆਫ ਬੈਡ ਡੀਡਸ ਐਂਡ ਵੀਕਨੈਸਿਸ ਹੈਗਾ। ਐਟ ਦ ਸੇਮ ਟਾਈਮ ਜੀਵਨ ਦੇ ਅਸਲ ਜਿਹੜਾ ਐਂਡ ਗੋਲ, ਜਿਹੜੀ ਐਂਡ ਗੇਮ ਵਾਸਤੇ ਅਸੀਂ ਆਏ ਹਾਂ ਇੱਥੇ, ਭਾਵ ਇਸ ਜੀਵਨ ਨੂੰ ਜੀਂਦਿਆਂ ਜੀਂਦਿਆਂ ਉਸ ਪਰਿਪੂਰਨ ਦੇ ਨਾਲ, ਸੱਚਿਆਰ ਨਾਲ, ਸੱਚ ਨਾਲ ਇੱਕ ਰੂਪ ਹੋ ਜਾਣਾ, ਉੱਥੋਂ ਤੱਕ ਪਹੁੰਚ ਕਰਨੀ। ਸੋ ਸਾਰੇ ਵਿੱਚ ਹੀ ਸਾਰੀ ਬਾਣੀ ਸਹਾਈ ਹੈ। ਇਹ ਵੀ ਬਾਣੀ ਸਿਰਨਾਵਾਂ 12 ਮਹੱਤਵ ਸਰੂਪ ਵਿੱਚ ਮਹਾਰਾਜ ਨੇ ਰਚੀ। ਸਾਡੇ ਆਮ ਗੁਰਦੁਆਰਾ ਸਾਹਿਬ ਦੇ ਵਿੱਚ ਰਵਾਇਤ ਰਹੀ, ਪਿੰਡਾਂ ਥਾਵਾਂ ਤੋਂ ਆਪ ਜੀ ਵਾਕਫੀ ਰੱਖਦੇ ਹੋਵੋਗੇ ਕਿ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਅਤੇ 12 ਮਹਾਂ ਰਚਨਾ, ਖਾਸ ਕਰਕੇ ਮਾਝ ਰਾਗ ਦੀ ਸਾਰੀ ਪੜ੍ਹੀ ਜਾਂਦੀ। ਜੇ ਸਾਰੀ ਨਹੀਂ ਤਾਂ ਘੱਟ ਤੋਂ ਘੱਟ ਉਹ ਸਿਰਨਾਵੇਂ ਵਾਲਾ ਪਦਾ ਜ਼ਰੂਰ ਪੜ੍ਹਿਆ, ਗਾਇਆ। ਜਿੱਥੇ ਸਮਾਂ ਹੁੰਦਾ ਉੱਥੇ ਵਿਆਖਿਆ ਆ ਜਾਂਦਾ। ਉਸੇ ਟਰੈਡੀਸ਼ਨ ਨੂੰ ਅਸੀਂ ਫੋਲੋ ਕਰਦਿਆਂ ਹੋਇਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਜਦੋਂ ਖਾਸ ਕਰਕੇ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਆ, ਉਸ ਦਿਨ ਅਸੀਂ ਉਸ ਸਿਰਨਾਵੇਂ ਦਾ ਪਦਾ ਪੜ੍ਹਦੇ ਹਾਂ, ਗਾਉਂਦੇ ਹਾਂ, ਫਿਰ ਉਹਦਾ ਵਿਆਖਿਆ ਵੀ ਕਰਦੇ ਹਾਂ। ਇਸ ਬਾਬਤ ਆਪ ਨੇ ਅੱਜ ਦੇ ਇਸ ਪਾਵਨ ਪਤੇ ਦਾ ਪਾਠ ਜਾਪ ਅਜੇ ਹੁਣੇ ਸੁਣਿਆ। ਇਹਦੀ ਵਿਆਖਿਆ ਪ੍ਰਾਰੰਭ ਕਰਦੇ ਹਾਂ, ਪਰ ਇੱਕ ਛੋਟੀ ਜਿਹੀ ਮੁੱਢਲੀ ਬੇਨਤੀ, ਕਿਉਂਕਿ ਦੇਸੀ ਮਹੀਨਿਆਂ ਦੇ ਮੁਤਾਬਕ ਜਿਹੜਾ ਜੇਠ ਦਾ ਮਹੀਨਾ ਹੈ, ਇਹ ਤੀਜਾ ਮਹੀਨਾ ਬਣਦਾ ਹੈ, ਜੋ ਕਿ ਚੇਤਰ, ਵੈਸਾਖ ਅਤੇ ਫਿਰ ਜੇਠ, ਇਸ ਤਰੀਕੇ ਨਾਲ। ਪਰ ਜਦੋਂ ਇਸ ਰਚਨਾ ਨੂੰ ਪੜ੍ਹਦੇ ਹਾਂ 12 ਮਾਹ ਦੇ ਵਿੱਚ, ਇਹ ਪਦਾ ਚੌਥਾ ਹੈ, ਕਿਉਂਕਿ ਸਿਰਨਾਵਾਂ 12 ਮਾਹ ਹੈ, ਪਦੇ 12 ਨਹੀਂ, ਪਦੇ 14 ਨੇ। ਇੱਕ ਹੈ ਇੰਟਰੋਡਕਟਰੀ, ਜਿਹਨੂੰ ਅਸੀਂ ਉਪਮੇਹ ਦਾ ਪਦਾ ਕਹਿੰਦੇ ਹਾਂ। ਇੱਕ ਹੈਗਾ ਕਨਕਲੂਜਨ ਦਾ, ਜਿਹਨੂੰ ਅਸੀਂ ਉਪਸਹਾਰ ਦਾ ਪਦਾ ਕਹਿੰਦੇ ਹਾਂ।
ਸੋ ਇਸ ਤਰੀਕੇ ਨਾਲ ਹੈਗੇ। ਜਿਹੜਾ ਉਪਮੇਹ ਦਾ ਪਦਾ ਆ ਇੰਟਰੋਡਕਟਰੀ, ਜਿਸ 'ਚ ਗੁਰੂ ਮਹਾਰਾਜ ਪ੍ਰੀਫੇਸ ਲਿਖਦੇ ਨੇ ਸਾਰੀ ਰਚਨਾ ਦਾ, ਭਾਵ ਇਸ ਰਚਨਾ ਦੀ ਇੱਕ ਤਰ੍ਹਾਂ ਦੇ ਨਾਲ ਐਕਨੋਲਜਮੈਂਟ ਹੋ ਸਕੇ ਸਾਨੂੰ। ਮਹਾਰਾਜ ਬਿਆਨ ਕਰਦੇ ਕਿ ਇਹ ਜਿਹੜਾ ਖਾਸ ਕਰਕੇ ਪਦਾ ਹੈ ਬਿਆਨ ਕੀ ਕਰੇਗੀ, ਇਹ ਪੂਰੀ ਬਾਣੀ ਬਿਆਨ ਕੀ ਕਰੇਗੀ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਿਸ ਭਰਮੇ ਥਕੇ ਆਏ ਪ੍ਰਭ ਕੇ ਸ਼ਾਮ, ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਇੱਥੋਂ ਇਹ ਰਚਨਾ ਸ਼ੁਰੂ ਹੁੰਦੀ ਹੈ। ਇਹਦੇ ਵਿੱਚ ਮਨੁੱਖ ਦੀ ਮੁੱਢਲੀ ਸਮੱਸਿਆ ਜੇ ਅਸੀਂ ਥੋੜ੍ਹਾ ਜਿਹਾ ਇਸ ਬਾਬਤ ਅਟੈਂਸ਼ਨ ਪੇ ਕਰੀਏ, ਇਫ ਵੀ ਆਰ ਲਿਟਲ ਬਿਟ ਅਵੇਅਰ ਟੂਵਰਡ ਆਵਰ ਹਿਊਮਨ ਮਿਜ਼ਰੀ, ਜਿਹੜੀ ਅਸੀਂ ਮਿਜ਼ਰੇਬਲ ਸਿਚੁਏਸ਼ਨ ਵਿੱਚ ਜੀ ਰਹੇ ਹਾਂ ਸਾਰਾ ਸੰਸਾਰ, ਜਿਹਨੂੰ ਮਹਾਰਾਜ ਨੇ ਕਿਹਾ ਸੀਗਾ ਕਿ ਬਿਨ ਨਾਮ ਹੈ ਜਗ ਕਮਲਾ ਫਿਰੈ, ਕਿਉਂਕਿ ਉਸ ਨਾਮ ਤੋਂ ਬਿਨਾਂ ਜਗ ਕਮਲਾ ਹੋ ਗਿਆ। ਅਤੇ ਕਮਲਾ ਕਿਵੇਂ ਹੈ, ਮੈਂ ਸਰਲ ਭਾਵ ਵਿੱਚ ਬਿਆਨ ਕਰਦਾ ਹਾਂ। ਅੱਜ ਕੋਵਿਡ-19 ਵਿੱਚੋਂ ਲੰਘ ਰਹੇ ਹਾਂ। ਤੁਸੀਂ ਜਿਹਨਾਂ ਨੂੰ ਥਰਡ ਵਰਲਡਸ ਕਿਹਾ ਜਾਂਦਾ, ਥਰਡ ਵਰਲਡ ਕੰਟਰੀਜ਼ ਕਿਹਾ ਜਾਂਦਾ ਹੈਗਾ ਆ, ਏਸ਼ੀਆ ਦੇ ਮੁਲਕ ਨੇ, ਅਫਰੀਕਨ ਮੁਲਕ ਨੇ, ਬਹੁਤ ਸਾਰੇ ਮੁਬਾਲਿਕ ਨੇ, ਅਤੇ ਉੱਥੇ ਲੋਕ ਸੋਸ਼ਲ ਮੀਡੀਆ ਰਾਹੀਂ ਵੀਡੀਓਜ਼ ਭੇਜ ਰਹੇ ਨੇ ਇਹੋ ਜਿਹੀਆਂ ਚੀਜ਼ਾਂ। ਦੇਖੋ ਕਿਵੇਂ ਭੁੱਖਮਰੀ ਫੈਲ ਰਹੀ ਹੈ, ਰੋਟੀ ਨਹੀਂ ਮਿਲ ਰਹੀ, ਖਾਣ ਨੂੰ ਨਹੀਂ ਮਿਲ ਰਿਹਾ, ਇਹ ਹਾਲਤ ਹੈ। ਇਹ ਸਭ ਚੀਜ਼ਾਂ ਬੰਦਾ ਦੇਖਦਾ ਹੈ। ਇੰਨੇ ਲੋਕ ਰਾਤ ਨੂੰ ਭੁੱਖੇ ਸੌਂ ਰਹੇ ਨੇ, ਆਹ ਹਾਲਤ ਆ। ਕਿਤੇ ਕੋਈ ਪੱਤੇ ਖਾ ਰਿਹਾ, ਕਿਤੇ ਕਿਸੇ ਨੂੰ ਕੁਛ ਵੀ ਖਾਣ ਨੂੰ ਨਹੀਂ ਮਿਲ ਰਿਹਾ। ਸੋ ਬੰਦੇ ਦੀ ਸਮੱਸਿਆ ਇਹ ਮੰਨਿਆ ਗਿਆ ਕਿ ਵੀ ਰੋਟੀ ਹੈ, ਜਿਹਨੂੰ ਲੈਨਿਨਵਾਦੀਆਂ ਨੇ ਜਾਂ ਮੈਕਸ ਜਿਹੜਾ ਖਾਸ ਕਰਕੇ ਮਾਰਕਸਵਾਦੀਆਂ ਨੇ, ਉਹਨਾਂ ਕਿਹਾ ਕਿ ਮਾਰਕਸਿਜ਼ਮ ਨੂੰ ਫੋਲੋ ਕਰਨ ਵਾਲੇ ਆ ਕਿ ਸਾਡੀ ਮੇਨ ਪ੍ਰੋਬਲਮ ਗੁੱਲੀ ਹੈ। ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕੁੱਲੀ ਅਤੇ ਜੁੱਲੀ ਹੈ, ਸ਼ੈਲਟਰ, ਫੂਡ ਐਂਡ ਜਿਹੜੀ ਕਲੋਥਿੰਗ, ਦੈਟ ਇਜ਼ ਆਵਰ ਮੇਨ ਨੀਡ। ਇਹ ਸਾਡੀ ਮੇਨ ਪ੍ਰੋਬਲਮ ਹੈਗੀ ਹੈ। ਬਿਲਕੁਲ ਠੀਕ ਗੱਲ ਹੈ, ਬੰਦੇ ਨੂੰ ਰੋਟੀ ਚਾਹੀਦੀ ਹੈ, ਬੰਦਾ ਇਹਦੇ ਵਾਸਤੇ ਫਿਕਰਮੰਦ ਹੈ, ਇਹਦੇ ਵਾਸਤੇ ਬੜਾ ਚਿੰਤਾ ਤੁਰਿਆ। ਪਰ ਸਪੋਜ਼ ਕਰੋ ਜਿੱਥੇ ਰੋਟੀ ਮਿਲ ਜਾਏ, ਅਸੀਂ ਕੈਨੇਡਾ ਵਰਗੇ ਮੁਬਾਲਿਕ ਵਿੱਚ ਰਹਿੰਦੇ ਹਾਂ, ਇੱਥੇ ਜਿਹੜੀ ਸੋਸ਼ਲ ਸਿਕਿਉਰਿਟੀ ਹੈ, ਦੇਰ ਇਜ਼ ਨੋ ਐਕਚੁਅਲੀ ਇਸ਼ੂ ਫॉर दैट। ਹਾਂ ਮਾੜਾ ਜਿਹਾ ਪ੍ਰੋਬਲਮ ਆਈ, ਗੌਰਮੈਂਟ ਰਾਈਟ ਵਿੱਚ ਜਿਹੜਾ ਕਿ ਉਹਨੇ ਸਟੈਪ ਇਨ ਕੀਤਾ ਅਤੇ ਉਹਨੇ ਕਿਹਾ ਵੀ ਭਾਈ ਗੱਲ ਇਹ ਹੈ ਕਿ ਡੋਂਟ ਵਰੀ ਅਬਾਊਟ ਯੂਰ ਐਕਚੁਅਲੀ ਡੇਲੀ ਨੀਡਸ, ਭਾਵੇਂ ਉਹ ਰੈਂਟ ਪੇ ਕਰਨਾ, ਭਾਵੇਂ ਕੁਛ, ਵੀ ਵਿਲ ਟੇਕ ਕੇਅਰ। ਇਹ ਵੀ ਨਿਊਜ਼ ਆਈਆਂ ਲੋਕਾਂ ਨੇ ਫਰਾਡ ਕੀਤਾ, ਲੋਕ ਠੀਕ ਤਰ੍ਹਾਂ ਨਹੀਂ ਕਰ ਰਹੇ। ਉਹ ਕਹਿੰਦੇ ਇਟਸ ਓਕੇ, ਵੀ ਵਿਲ ਸੌਰਟ ਆਊਟ ਆਫਟਰਵਰਡ, ਵੀ ਕਿੰਨੇ ਇਸ ਤਰੀਕੇ ਨਾਲ ਕੁਝ ਗਲਤ ਕੀਤਾ। ਪਰ ਇਸ ਸਮੇਂ ਨੀਡ ਇਜ਼ ਐਕਚੁਅਲੀ ਜਸਟ ਵੀ ਆਰ ਗੋਇੰਗ ਟੂ ਸਰਵ ਜਸਟ ਦੇਅਰ ਨੀਡ, ਦੈਟਸ ਮੇਨ ਪੁਆਇੰਟ ਓਵਰ ਹੇਅਰ। ਠੀਕ ਹੈ ਜੀ, ਇੱਥੇ ਰੋਟੀ ਦੀ ਕੋਈ ਸਮੱਸਿਆ ਨਹੀਂ, ਤੁਹਾਨੂੰ ਰੋਟੀ ਮਿਲ ਰਹੀ ਹੈ, ਤੁਸੀਂ ਆਪਣੇ ਫੂਡ ਆਪਣੇ ਉਸ ਤਰੀਕੇ ਦੇ ਨਾਲ, ਈਵਨ ਜਿਹੜੇ ਹੋਮਲੈਸ ਸੀ ਉਹਨੂੰ ਸ਼ੈਲਟਰ ਤੱਕ ਪ੍ਰੋਵਾਈਡ ਕੀਤੇ ਗਏ, ਸਭ ਚੀਜ਼ਾਂ ਹੋਈਆਂ ਇਸ ਰੂਪ ਦੇ ਵਿੱਚ। ਬਟ ਇੰਨਾ ਹੋਣ ਦੇ ਨਾਲ ਕਿ ਬੰਦੇ ਦੀ ਮੁਸ਼ਕਿਲ ਹੱਲ ਹੋ ਗਈ। ਆਪ ਸੋਚ ਕੇ ਦੇਖੋ, ਬੰਦਾ ਸੋਚੇ ਮੇਰੀ ਲੋੜ ਰੋਟੀ ਹੈ, ਰੋਟੀ ਮਿਲ ਗਈ, ਲੋੜ ਹੱਲ ਹੋ ਗਈ। ਬਲਕਿ ਗੱਲ ਇਹ, ਰੋਟੀ ਮਿਲਣ ਤੋਂ ਬਾਅਦ ਲੋੜਾਂ ਹੋਰ ਪੈਦਾ ਹੋ ਗਈਆਂ। ਜਿਹੜਾ ਭੁੱਖਾ ਆ ਉਹ ਤਾਂ ਦੁਖੀ ਆ, ਰੱਜਿਆ ਕਿਹੜਾ ਸੁਖੀ ਹੈ, ਉਹ ਮਹਾਂ ਦੁਖੀ ਹੈ। ਗੁਰੂ ਗ੍ਰੰਥ ਸਾਹਿਬ ਨੇ ਬਚਨ ਲਿਖਿਆ, ਮਹਾਰਾਜ ਕਹਿੰਦੇ ਕਿ ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਜਿਹਦੇ ਘਰ ਥੋੜੀ ਉਹ ਤੇ ਭਟਕਦਾ ਫਿਰਦਾ, ਪਰ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਹਦੇ ਘਰ ਬਹੁਤ ਹੀ ਉਹਦੇ ਘਰ ਚਿੰਤਾ ਹੋਰ ਵੱਧ ਗਈ। ਮਤਲਬ ਇਹ ਤੋਂ ਪਤਾ ਲੱਗਾ ਜਿਹੜੀ ਸਾਡੀ ਮਿਜ਼ਰੀ ਹੈ, ਜਿਹੜੀ ਸਾਡੀ ਮਿਜ਼ਰੇਬਲ ਪਿਕਚਰ ਆ, ਜਿਹੜਾ ਸਾਡੀ ਸਫਰਿੰਗ ਹੈ, ਦੈਟਸ ਨੋਟ ਬਿਕੋਜ਼ we don't have enough resources, we don't have enough kind of facilities, of luxurious level of life, no, ਬਲਕਿ ਸਾਡੀ ਸਮੱਸਿਆ ਕੁਝ ਹੋ ਰਿਹਾ। ਇਹਨੂੰ ਲੋਕਾਂ ਨੇ ਵੱਖਰੇ ਵੱਖਰੇ ਐਂਗਲ ਤੋਂ ਬਿਆਨ ਕੀਤਾ ਹੈਗਾ। ਲੋਕਾਂ ਨੇ ਕਿਹਾ ਇੱਥੇ ਐਜੂਕੇਸ਼ਨ ਦੀ ਕਮੀ ਹੈ, ਪਰ ਜਿਹੜੇ ਹਾਈਲੀ ਐਜੂਕੇਟਡ ਸੁਸਾਇਟੀਜ਼ ਨੇ ਉਹਨਾਂ ਦਾ ਹਾਲ ਦੇਖ ਲਓ ਜਾ ਕੇ। ਲੋਕਾਂ ਕਿਹਾ ਨਹੀਂ, ਐਕਚੁਅਲ ਲੈਵਲ 'ਤੇ ਜਿਹੜੀ ਰੀਅਲ ਜਿਹਨੂੰ ਕਿਹਾ ਜਾਏ ਕਿ ਸੋਸ਼ਲ, ਜਿਹਨੂੰ ਕਮਿਊਨਿਜ਼ਮ ਕਿਹਾ ਜਾਂਦਾ, ਉਹ ਲਿਆਂਦਾ ਜਾਏ। ਲੋਕਾਂ ਦੇ ਲਿਵਿੰਗ ਸਟੈਂਡਰਡ ਨੂੰ ਜਿਹੜਾ ਅਪਗ੍ਰੇਡ ਕੀਤਾ ਜਾਏ। ਸਾਡੇ ਕੋਲ ਫਿਨਲੈਂਡ ਆ, ਸਾਡੇ ਕੋਲ ਸਵੀਡਨ ਆ, ਸਾਡੇ ਕੋਲ ਹਾਲੈਂਡ, ਯੂਰਪ ਦੀਆਂ ਬਹੁਤ ਸਾਰੇ ਮੁਬਾਲਿਕਸ ਨੇ, ਇਹੋ ਜਿਹੇ ਕੰਟਰੀਜ਼ ਨੇ ਜਿਨ੍ਹਾਂ ਦੀ ਐਗਜ਼ਾਮਪਲ ਕੈਨੇਡਾ ਵੀ ਵਨ ਆਫ ਦੈਮ ਹੈ। ਬਟ ਉਹ ਇਸ ਤੋਂ ਵੀ ਜਿਹੜਾ ਸਟੈਂਡਰਡ ਹਾਈ ਰੱਖਦੇ ਉਸ ਤਰੀਕੇ ਦੇ ਨਾਲ। ਪਰ ਫਿਰ ਵੀ ਕੀ ਦੇਖੋ ਕਿ ਉੱਥੇ ਸਮੱਸਿਆਵਾਂ ਨਹੀਂ ਹੈਗੀਆਂ। ਉੱਥੇ ਲੋਕਾਂ ਦੇ ਵਿੱਚ ਜੋ ਹੈ ਹਵਸ ਹਾਲਤ ਕੈਸੀ ਹੈ, ਇਸ ਤੋਂ ਵੀ ਬਦਤਰ ਮਿਲੇਗੀ ਤੁਹਾਨੂੰ ਕਈ ਜਗ੍ਹਾ ਦੇ ਉੱਤੇ। ਸੋ ਸਾਰੇ 'ਚ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਿਆਨ ਕਰਦੇ, ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਮਹਾਰਾਜ ਕਹਿੰਦੇ ਹਕੀਕਤ ਇਹ ਹੈ ਬੰਦੇ ਦਾ ਆਪਣੇ ਅਸਲੇ ਤੋਂ ਵਿਛੋੜਾ ਹੋ ਗਿਆ।
ਬੰਦਾ ਇਹ ਭੁੱਲ ਗਿਆ ਹੂ ਐਮ ਆਈ, ਮੈਂ ਕੌਣ ਹਾਂ। ਇਹਨੂੰ ਅਹਿਸਾਸ ਨਹੀਂ ਰਹਿ ਗਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦੀ ਮੁੱਖ ਸਮੱਸਿਆ ਇੱਥੋਂ ਆ ਰਹੀ ਹੈ। ਮਹਾਰਾਜ ਹੈ ਤੇ ਠੀਕ ਹੈ, ਪਰ ਆਈ ਕਿਵੇਂ ਹੈ? ਸਰ ਕਹਿੰਦੇ ਕਿਰਤ ਕਰਮ ਕੇ ਵਿਛੁੜੇ। ਕਿਰਤ ਕਰਮ, ਕਰਮ ਦਾ ਮਤਲਬ ਹੈ ਐਨੀ ਕਾਈਂਡ ਆਫ ਐਕਟ ਵਿਚ one is doing at once or at one time, that is act, that is karma। ਪਰ ਜਦੋਂ ਉਸੇ ਐਕਟ ਦੀ ਰੈਪੀਟੀਸ਼ਨ ਹੁੰਦੀ ਹੈ 1 2 3 4 5 10, ਇਹਦੇ ਬਾਬਤ ਸਾਈਕੋਲੋਜੀ ਦੇ ਵਿੱਚ ਬਹੁਤ ਸਾਰੀਆਂ ਟਰਮੀਨੋਲੋਜੀਜ਼ ਹੈਗੀਆਂ। I don't want to actually share the whole jargon, but just allow me to give little bit actually explanation। ਉਹ 'ਚ ਹੁੰਦਾ ਕਿ ਬੰਦੇ ਨੂੰ ਕਿਹਾ ਜਾਂਦਾ ਹੈ ਕਿ ਅਨਕੌਂਸ਼ੀਅਸ ਕੰਪੈਟੀਬਲ ਬਣਾਉਣਾ ਹੈ। ਬੰਦੇ ਦਾ ਸੁਭਾਅ, ਕਰਮ, ਕਾਰਗੁਜ਼ਾਰੀ ਕੋਈ ਵੀ ਹੈ, ਉਹ ਅਚੇਤ ਹੀ ਕਿਸੇ ਇੱਕ ਲੈਵਲ ਦੇ ਉੱਤੇ ਜਿਹੜਾ ਹੈਗਾ ਠੀਕ ਕਰੇ। ਇਹ ਕੰਮ ਹੁੰਦਾ, ਇਹ ਐਕਚੁਅਲੀ ਪ੍ਰੋਫੈਸ਼ਨਲਿਜ਼ਮ ਹੁੰਦਾ ਆ। ਕਈ ਵਾਰ ਬੰਦਾ, ਇਹਦੀਆਂ ਸਟੇਜਸ ਹੁੰਦੀਆਂ ਨੇ। ਸਮ ਪੀਪਲ ਆਰ ਅਨਕੌਂਸ਼ੀਅਸਲੀ ਅਨਕੰਪੈਟੀਬਲ। ਉਹ ਗਲਤ ਕਰ ਰਹੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਗਲਤ ਕਰ ਰਹੇ ਨੇ। ਹੁਣ ਇਹ ਜਿਹੜੀ ਅਨਕੌਂਸ਼ੀਅਸ ਅਨਕੰਪੈਟੀਬਲ ਆ, ਇਹ ਸਭ ਤੋਂ ਵੱਡੀ ਅਗਿਆਨਤਾ ਦੀ ਦਸ਼ਾ ਹੈ, ਅਮੂੜਤਾ ਦੀ ਦਸ਼ਾ ਆ। ਨਾ ਪਤਾ ਆ, ਨਾ ਠੀਕ ਹੋ ਸਕਦਾ ਹੈ, ਕਿਉਂਕਿ ਠੀਕ ਗਲਤ ਇਹਦੀ ਪਹਿਚਾਣ ਹੀ ਕੋਈ ਨਹੀਂ ਹੈਗੀ। ਜਦੋਂ ਬੰਦਾ ਕਰਮ ਇਸ ਲੈਵਲ ਤੇ ਕਰਦਾ ਆ ਅਨਕੌਂਸ਼ੀਅਸ ਅਨਕੰਪੈਟੀਬਲ, ਉਹਦਾ ਫਿਰ ਕਿਰਤ ਕਸਬ ਬਣ ਜਾਂਦਾ, ਸੁਭਾਅ ਬਣ ਜਾਂਦਾ। ਹੁਣ ਉਹ ਸੁਭਾਅ ਇਸ ਤਰੀਕੇ ਦਾ ਬਣ ਗਿਆ, ਬੰਦੇ ਨੂੰ ਪਤਾ ਹੀ ਨਹੀਂ ਮੈਂ ਝੂਠ ਬੋਲ ਰਿਹਾ, ਬੰਦੇ ਨੂੰ ਪਤਾ ਹੀ ਨਹੀਂ ਮੈਂ ਵਕਾਰ ਭੋਗ ਰਿਹਾ, ਬੰਦੇ ਨੂੰ ਪਤਾ ਹੀ ਨਹੀਂ ਮੈਂ ਜ਼ਿੰਦਗੀ ਬਰਬਾਦ ਕਰ ਰਿਹਾ। ਅਹਿਸਾਸ ਹੀ ਨਹੀਂ, ਮੇਰੀ ਅਸਲੇ ਤੋਂ ਮੇਰੇ ਤੋਂ ਦੂਰੀ ਬਣ ਗਈ ਹੈ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ। ਜਿਹੜਾ ਬੰਦੇ ਦਾ ਈਡੀਅਮ ਇਹ ਬਣ ਗਿਆ, ਸੁਭਾਅ ਹੀ ਬਣ ਗਿਆ, ਕਸਬ ਬਣ ਗਿਆ। ਹੁਣ ਉਹਦੀ ਦੂਰੀ ਉਸ ਅਸਲੀਅਤ ਤੋਂ, ਸ਼ੁਭਤਾ ਤੋਂ, ਚੰਗਿਆਈ ਤੋਂ, ਅੱਛਾਈ ਤੋਂ, ਜਿਸ ਸਾਰੇ ਦਾ ਨਾਮ ਅਸੀਂ ਰੱਬ ਰੱਖਿਆ ਹੈ, ਰੱਬ ਜਿਹਨੂੰ ਕਹਿੰਦੇ ਅਸੀਂ, ਕਿਉਂਕਿ ਕਿਰਤਮ ਨਾਮ ਕਥਾ ਤੇਰੇ ਜੀਭ। ਕ੍ਰਿਤਰਿਮ ਮੈਨ ਮੇਡ ਨਾ ਹੀ ਨੇ ਉਸ ਹਸਤੀ, ਉਸ ਸ਼ਕਤੀ, ਉਸ ਐਗਜ਼ਿਸਟੈਂਸ ਦੇ ਸਾਰੇ ਦੀ ਸਾਰੀ ਹੈ ਤੇ ਸੱਤ ਹੈ। ਸਿਰਫ ਇਹੀ ਬਾਤ ਹੈ, ਸਤ ਨਾਮ ਤੇਰਾ ਪਰਾਪੁਰਬਲ। ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਤੋਂ ਵਿਛੋੜਾ ਪੈ ਗਿਆ, ਕਿਰਤ ਕਰਮ ਕੇ ਵਿਛੁੜੇ, ਮਲਾਪ ਕਿਵੇਂ ਹੋਇਆ? ਹਾਊ ਕੈਨ ਯੂ ਐਕਚੁਅਲੀ make any bridge between real self and this self which we are having right now? ਮਹਾਰਾਜ ਕਹਿੰਦੇ ਤਾਂ ਹੋ ਸਕਦਾ ਹੈ ਕਰ ਕਿਰਪਾ ਮੇਲੋ ਰਾਮ, ਜੋ ਕਿਰਪਾ ਤਰਸ ਦੇ ਘਰ ਚ ਆਵੇ। ਸੋ ਇੱਥੋਂ ਇਹ ਰਚਨਾ ਸ਼ੁਰੂ ਹੋਈ ਹੈ ਕਿ ਮਨੁੱਖੀ ਜ਼ਿੰਦਗੀ ਦੇ ਵਿੱਚ ਅਸੀਂ ਕਰਤੇ ਦੇ ਤਰਸ ਨੂੰ, ਉਹਦੀ ਨਵਾਜ਼ਿਸ਼ ਨੂੰ, ਉਹਦੀ ਬਖਸ਼ਿਸ਼ ਨੂੰ, ਉਹਨੂੰ ਅਰਨ ਤੇ ਅਟੇਨ ਕਰਨਾ ਹੈ। ਇੰਝ ਕਹਿ ਲਓ ਕਿ ਵੀ ਆਰ ਆਲ ਸੀਕਰ ਆਫ ਵਾਹਿਗੁਰੂ ਜੀ's ਕੰਪੈਸ਼ਨ। ਪਰ ਇਹ ਹੈ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਕੰਪੈਸ਼ਨ ਚੀਜ਼ ਕੀ ਹੁੰਦੀ ਹੈ, ਲਵ ਚੀਜ਼ ਕੀ ਹੁੰਦੀ ਹੈ, ਫੋਰਗਿਵਨੈਸ ਚੀਜ਼ ਕੀ ਹੁੰਦੀ ਹੈ, ਜੋ ਸੈਲਫਲੈਸ ਇੱਕ ਐਕਸਰਸਾਈਜ਼ ਕਰਨੀ, ਪ੍ਰੈਕਟਿਸ ਕਰਨੀ ਚੀਜ਼ ਕੀ ਹੁੰਦੀ ਹੈ, ਉਹ ਫਿਰ ਕਿਸੇ ਵੱਡੀ ਉਸ ਹਸਤੀ ਤੋਂ ਕੰਪੈਸ਼ਨ ਮੰਗ ਵੀ ਕਿਵੇਂ ਸਕਦੇ ਨੇ। ਸੋ ਇੱਕ ਬੜਾ ਲੰਮੀ ਚੌੜੀ ਬਾਤ ਹੋ ਸਕਦੀ, ਪਰ ਲੈਟ ਮੀ ਐਕਚੁਅਲੀ wind up this topic over here because that's a beginning, that's a introductory paragraph of this or stanza of ਰਚਨਾ 12। ਇਸ ਤੋਂ ਬਾਅਦ ਫਿਰ ਗੁਰੂ ਬਾਬਾ ਜੀ ਦਾ ਇਸ ਸਮੱਸਿਆ ਦਾ ਟ੍ਰੀਟਮੈਂਟ ਸਾਨੂੰ ਦਿੰਦੇ ਨੇ ਅਗਲੇ ਪਦਿਆਂ ਦੇ ਵਿੱਚ। ਕਿਉਂਕਿ ਨਹੀਂ ਇਹ ਕੰਮ ਕਰਦਾ? ਚੇਤ ਗੋਬਿੰਦ ਆਰਾਧੀ ਹੈ। ਚੇਤ no doubt is the title of the month, but at the same time ਇਹਦੇ ਆਪਣੇ ਮੀਨਿੰਗ ਵੀ ਨੇ। ਚੇਤੇ ਕਰਨਾ, ਰਿਸਾਈਟ ਕਰਨਾ, ਕਿਸੇ ਚੀਜ਼ ਨੂੰ ਵਾਰ-ਵਾਰ ਆਪਣੇ ਆਪ ਨੂੰ ਰਿਮਾਈਂਡ ਕਰਾਉਣਾ, ਚੈਂਟਿੰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਬੋਲਣਾ, ਚੇਤੇ ਕਰਨਾ। ਚੇਤ ਗੋਬਿੰਦ ਆਰਾਧਿਆ, ਗੋਬਿੰਦ ਦੀ ਆਰਾਧਨਾ ਕਰ। ਮਹਾਰਾਜ ਕਰ ਲਵਾਂਗਾ, ਵਾਰ-ਵਾਰ ਕੁਛ ਚੀਜ਼ਾਂ ਯਾਦ ਕਰਾਵਾਂਗਾ, ਨਿਤਨੇਮ ਕਰਾਂਗਾ, ਬਾਣੀ ਪੜਾਂਗਾ, ਸਤਸੰਗ ਕਰਾਂਗਾ, ਇਹੋ ਜਿਹੀਆਂ ਚੀਜ਼ਾਂ, ਇਹ ਸਾਰਾ ਚੇਤੇ 'ਚ ਆਉਂਦਾ ਹੈਗਾ। ਇਹਦੇ ਨਾਲ ਕੀ ਹੋਏਗਾ? ਸਾਹਿਬ ਕਹਿੰਦੇ ਹੋਵੇ ਆਨੰਦ ਕਣਾ, ਕਣੇ ਆਨੰਦ ਇੰਤਹਾ ਦੀ, ਜਿਹਨੂੰ ਕਿਹਾ ਜਾਏ ਲਿਮਿਟਲੈਸ ਜਿਹੜਾ ਪਲੈਜ਼ਰ ਆ, ਤੂੰ ਇੰਜੋਏ ਕਰ ਸਕੇਗਾ, ਤੂੰ ਮਾਣ ਸਕੇਗਾ। ਠੀਕ ਹੈ ਜੀ। ਪਰ ਇਹ
ਸਪੋਜ਼ ਕਰੋ ਕਿਸੇ ਨੂੰ ਵਿਖਾ ਦਿਓ ਇੱਕ ਪਿਕਚਰ ਵੀ ਆਹ ਪਿਕਚਰ ਆ ਅਤੇ ਇਹਨੂੰ ਤੂੰ ਮੰਨਣਾ ਹੈਗਾ, ਇੱਥੇ ਪਹੁੰਚਣਾ ਹੈਗਾ, ਅਤੇ ਹੁੰਦਾ ਕੀ ਕਈ ਵਾਰੀ ਬੰਦਾ ਖੜਾ ਪੈ ਜਾਂਦਾ। ਐਗਜ਼ੈਕਟਲੀ ਦੂਸਰਾ ਪਦਾ ਜਿਹੜਾ ਹੁੰਦਾ ਇਹਦੇ ਤੀਸਰਾ ਪਦਾ ਉਹ ਇਹ ਹੈਗਾ ਕਿ ਵੈਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ। ਉਹ ਜਿਹੜੀਆਂ ਜੀਵਾਤਮਾਵਾਂ ਵਾਂਢੇ ਤੁਰ ਗਈਆਂ, ਭਾਵ ਜਿਨ੍ਹਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਰਾਹ ਆ ਸੀਗਾ, ਕਿਤੇ ਹੋਰ ਪਹੁੰਚ ਗਏ। ਸਪੋਜ਼ ਅਨਅਵੇਅਰ ਹੈਗੇ ਅਸੀਂ ਚੀਜ਼ਾਂ ਬਾਰੇ। ਜਾਣਾ ਹੋਏ ਵਿੰਡਜ਼ਰ ਨੂੰ ਅਤੇ ਪਹੁੰਚ ਜਾਈਏ ਮੌਂਟਰੀਆਲ, ਅਤੇ ਮੌਂਟਰੀਆਲ ਜਾ ਕੇ ਪਤਾ ਲੱਗੇ ਉਹ ਸਾਡੀ ਤਾਂ ਜਰਨੀ ਰੋਂਗ ਡਾਇਰੈਕਸ਼ਨ ਨੂੰ ਆ ਗਈ ਹੈ। ਇਹ ਫਿਰ ਵਾਂਢੇ ਤੁਰ ਗਈ ਜਿਹੜੀ ਜੀਵਾਤਮਾ ਆ ਉਹ ਫਿਰ ਉਹ ਧੀਰਜ ਕਿਵੇਂ ਬੱਝੇ। ਉਹ ਇਹਦੋਂ ਤਾਂ ਮੈਂ ਕਿਉਂਕਿ ਜਿਹੜਾ ਉਮਰ ਦਾ ਪੜਾਅ ਆ, ਜੀਵਨ ਦਾ ਸਫ਼ਰ ਆ, ਐਨਰਜੀ ਆ, ਬੰਦੇ ਨੇ ਕਿਤੇ ਹੋਰ ਲਗਾ ਲਗਾ ਕੇ ਜੀਵਨ ਕਿਤੇ ਚਲਾ ਗਿਆ। ਹੁਣ ਕਈ ਵਾਰੀ ਸੋਚਦਾ ਪਿੱਛੇ ਪਰਤਾਂ, ਫਿਰ ਪਿੱਛੇ ਪਰਤਣ ਵਾਸਤੇ ਕਹਿੰਦਾ ਵੀ ਕੀ ਕੁਛ ਬਦਲਾਂਗਾ, ਕਿੱਧਰ ਕਿੱਧਰ ਧਿਆਨ ਪਾਵਾਂਗਾ। ਸੋ ਇੱਥੇ ਜਾ ਕੇ ਫਿਰ ਉਹਨੂੰ ਧੀਰਜ ਨਹੀਂ ਬਚਦਾ, ਉਹਨੂੰ ਇੱਕ ਤਰ੍ਹਾਂ ਦੇ ਨਾਲ ਕਾਹਲਾਪਨ ਆਉਂਦਾ ਆ, ਇੰਪੇਸ਼ੈਂਟ ਹੁੰਦਾ ਆ। ਉਹਦੀ ਬਾਤ ਹੋ ਰਹੀ ਹੈ। ਅੱਜ ਦਾ ਜਿਹੜਾ ਪਦਾ ਹੈ, ਜਿਹੜਾ 4 ਨੰਬਰ ਪਦਾ ਤੀਜੇ ਮਹੀਨੇ ਦੇ ਸਿਰਨਾਮੇ ਨਾਲ, ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵਨ। ਜੇਠ ਜਿਸ ਨੂੰ ਅਸੀਂ ਭਾਖਾ ਵਿੱਚ ਜਰੇਸ਼ਟ ਕਹਿੰਦੇ ਹਾਂ, ਜਾਂ ਬਾਅਦ ਦੇ ਵਿੱਚ ਬ੍ਰਿਜ ਵਿੱਚ ਸ਼੍ਰੇਸ਼ਟ ਕਿਹਾ ਜਾਂਦਾ ਹੈ। ਉੱਚਾ, ਵੱਡਾ, ਸਰਵ ਪ੍ਰਥਮ, ਸੁਪੀਰੀਅਰ, ਜਿਹਨੂੰ ਕਿਹਾ ਜਾਏ ਕਿ ਫਸਟ ਇਨ ਆਲ ਸਟੇਜਿਸ, ਪਹਿਲੇ ਨੰਬਰ 'ਤੇ ਹਰ ਜਗ੍ਹਾ ਦੇ ਉੱਤੇ। ਜੇਠ, ਹਰ ਜੇਠ ਜੁੜੰਦਾ ਲੋੜੀਏ। ਅਸਲ ਵਿੱਚ ਸ਼੍ਰੇਸ਼ਟ ਕੌਣ ਆ, ਸੁਪੀਰੀਅਰ ਕੌਣ ਆ, ਸਰਵੋਪਰੀ ਕੌਣ ਆ ਕਾਇਨਾਤ ਦੇ ਵਿੱਚ? ਇੱਕ ਪਰਿਪੂਰਨ ਅਕਾਲ ਪੁਰਖ ਓਅੰਕਾਰ, ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਮੈਂ ਆਪਣੇ ਦਾਨਿਸ਼ਮੰਦ ਪ੍ਰੋਫੈਸਰ ਨੂੰ ਸੁਣ ਰਿਹਾ ਸੀਗਾ ਤਾਂ ਇੱਕ ਜਗ੍ਹਾ ਜ਼ਿਕਰ ਕਰਦਾ ਹੈ, ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ 500 ਸਾਲਾ ਜਦੋਂ ਪ੍ਰਕਾਸ਼ ਪੁਰਬ ਮਨਾਇਆ ਗਿਆ, ਅਤੇ ਉਦੋਂ ਸਾਡੀਆਂ ਸੰਸਥਾਵਾਂ ਨੇ ਇੱਕ ਆਰਟੀਕਲ ਜੋ ਇੱਕ ਗੈਰ ਸਿੱਖ ਦਾ ਲਿਖਿਆ ਹੋਇਆ ਸੀਗਾ, ਉਹਨੂੰ 50,000 ਪੰਜਾਬੀ ਅਤੇ 50,000 ਇੰਗਲਿਸ਼ ਦੇ ਵਿੱਚ ਪਬਲਿਸ਼ ਕਰਕੇ ਵੰਡਿਆ। ਅਤੇ ਉਹ ਜਿਹੜਾ ਆਰਟੀਕਲ ਸੀਗਾ, ਲਿਖਣ ਵਾਲਾ ਹੋਰ ਕੋਈ ਨਹੀਂ, ਬਲਵੰਤ ਗਾਰਗੀ ਸੀ। ਤੁਸੀਂ ਸਾਰੇ ਜਾਣਦੇ ਹੋ, ਜਿਹਨਾਂ ਪੰਜਾਬੀ ਲਿਟਰੇਚਰ ਥੋੜ੍ਹਾ ਬਹੁਤਾ ਪੜ੍ਹਿਆ ਹੋਏ। ਬੜਾ ਵੱਡਾ ਨਾਟਕਕਾਰ ਹੋਇਆ ਹੈਗਾ, ਪੰਜਾਬੀ ਰੰਗਮੰਚ 'ਚ ਨੇ ਕੰਮ ਕੀਤਾ ਆਪਣੇ ਤਰੀਕੇ ਦੇ ਨਾਲ। ਕੋਈ ਲਾਈਕ ਕਰਦਾ, ਕੋਈ ਨਹੀਂ ਕਰਦਾ, ਆਪੋ ਆਪਣੀ ਸੋਚ ਹੈ ਲੋਕਾਂ ਦੀ ਉਸ ਤਰੀਕੇ ਨਾਲ। ਪਰ ਉਹਦਾ ਉਹ ਆਰਟੀਕਲ ਜਿਹੜਾ ਹੈਗਾ ਉਹ ਬੜਾ ਮਕਬੂਲ ਹੋਇਆ। ਉਹ 'ਚੋਂ ਬਿਆਨ ਕਰਦੇ ਗੱਲ ਇਹ ਹੋਈ, ਉਹ ਕਹਿੰਦੇ ਵੀ ਪੰਜਾਬ ਦੇ ਪਾਕਿਸਤਾਨ ਵਾਲੇ ਪਾਸੇ ਜਿਹੜਾ ਪੰਜਾਬ ਆ ਅੱਜ ਆਫਟਰ ਪਾਰਟੀਸ਼ਨ ਅਨਡਿਵਾਈਡਡ ਇੰਡੀਆ 'ਚ, ਉਸ ਸਮੇਂ ਦੀ ਬਾਤ ਕਰਦਾ ਉਹ। ਤੂੰ ਕਹਿੰਦਾ ਕਿ ਆਪਣੇ ਪਿੰਡ ਦੇ ਵਿੱਚ ਅਸੀਂ 2 ਭਰਾ ਸੀਗੇ, ਅਤੇ ਮਾਂ ਨੇ ਮੈਨੂੰ ਪੜ੍ਹਨੇ ਲਾਇਆ। ਅਤੇ ਪੜ੍ਹਨੇ ਕਿੱਥੇ ਲਾਇਆ, ਪੜ੍ਹਨ ਵਾਸਤੇ ਕੋਈ ਹੋਰ ਤਾਂ ਕੋਈ ਇੰਤਜ਼ਾਮ ਨਹੀਂ ਸੀਗਾ। ਗੁਰਦੁਆਰਾ ਸਾਹਿਬ ਦੇ ਵਿੱਚ ਪੜ੍ਹਾਉਂਦੇ ਸੀ ਗ੍ਰੰਥੀ ਸਾਹਿਬ, ਉੱਥੇ ਭੇਜਤਾ। ਉੱਥੇ ਮੈਂ ਬੱਚਿਆਂ ਦੇ ਨਾਲ ਜਾ ਕੇ ਖੇਡਦਾ ਸੀਗਾ। ਪੁੱਛਿਆ ਪੜ੍ਹਾਈ ਹੁੰਦੀ ਇੱਥੇ? ਕਹਿੰਦੇ ਹੁੰਦੀ ਏ, ਬਾਬਾ ਜੀ ਗਿਆਨੀ ਜੀ ਪੜ੍ਹਾਉਂਦੇ ਨੇ, ਪਰ ਇਹਨਾਂ ਦਿਨਾਂ 'ਚੋਂ ਕਿਤੇ ਬਾਹਰ ਦੌਰੇ 'ਤੇ ਗਏ ਨੇ। ਜਦੋਂ ਵਾਪਸ ਆਉਣਗੇ ਉਹ ਇੱਕ ਦਿਨ ਆ ਕੇ ਸਬਕ ਸੰਥਿਆ ਦੇ ਜਾਂਦੇ ਨੇ। ਉਹ ਸੰਥਿਆ ਅਸੀਂ ਦੁਹਰਾਉਂਦੇ ਰਹਿੰਦੇ ਹਾਂ। ਫਿਰ ਜਦੋਂ ਆਉਂਦੇ ਨੇ ਸੰਥਿਆ ਸੁਣ ਕੇ ਜਿਹੜਾ ਸੁਣਾ ਦਿੰਦਾ ਉਹਨੂੰ ਫਿਰ ਨਵੀਂ ਦੇ ਦਿੰਦੇ ਨੇ। ਇਸ ਤਰੀਕੇ ਨਾਲ ਇਹ ਸੰਥਿਆ ਹੁੰਦੀ ਹੈ, ਜਿਹਨੂੰ ਡਰਿਲਿੰਗ ਕਿਹਾ ਜਾਂਦਾ ਹੈ, ਰੈਪੀਟੀਸ਼ਨ। ਐਕਚੁਅਲੀ ਰੈਪੀਟੀਸ਼ਨ ਇਜ਼ ਲਾਈਫ, ਆਪਣੇ ਆਪ ਹੀ ਰੈਪੀਟੀਸ਼ਨ ਹੈ। ਸਾਹ ਹਰ ਇੱਕ ਰੈਪੀਟੀਸ਼ਨ ਹੈ, ਕਦਮ ਕਦਮ ਰੈਪੀਟੀਸ਼ਨ ਹੈ, ਖਾਣਾ ਖੁਰਾਕ ਰੈਪੀਟੀਸ਼ਨ ਹੈ, ਰਿਸ਼ਤਿਆਂ ਨਾਤਿਆਂ 'ਚ ਲਫ਼ਜ਼, ਗੱਲਾਂ, ਅਲਫਾਜ਼, ਹਰਫ, ਰੈਪੀਟੀਸ਼ਨ, ਨਥਿੰਗ ਐਲਸ। ਇਹ ਸਾਰੀ ਚੀਜ਼ ਨੂੰ ਤੁਸੀਂ ਦੇਖੋਗੇ ਇਸ ਤਰੀਕੇ ਨਾਲ। ਅੱਜ ਦੀ ਜਿਹੜੀ ਸਾਰੀ ਤਾਲੀਮ ਤੁਸੀਂ ਉਹਨੂੰ ਦੇਖੋ, ਤੁਸੀਂ ਰੈਪੀਟੀਸ਼ਨ ਹੈ। ਸੇਮ ਸਬਜੈਕਟ ਕਲਾਸ ਬਾਏ ਕਲਾਸ, ਥੋੜ੍ਹੇ ਥੋੜ੍ਹੇ ਸਿਰਫ ਮੈਚਿਓਰ ਹੋਈ ਜਾਂਦੇ ਨੇ, ਬਸ ਪੜ੍ਹਾਇਆ ਹੋਈ ਜਾ ਰਿਹਾ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਉਹ ਕਹਿੰਦੇ ਕਈ ਦਿਨ ਆ ਕੇ ਉੱਥੇ ਬੱਚਿਆਂ ਨਾਲ ਪੜ੍ਹਦਾ ਰਿਹਾ, ਉਹ ਬੱਚਿਆਂ ਨਾਲ ਖੇਡਦਾ ਰਿਹਾ ਇਸ ਤਰੀਕੇ ਨਾਲ। ਬਾਬਾ ਜੀ ਨਹੀਂ ਆਏ, ਇੱਕ ਦਿਨ ਆ ਗਏ। ਜਦੋਂ ਆਏ ਨੇ ਤਾਂ ਕਹਿੰਦਾ ਵੀ ਘੋੜੇ ਦੇ ਉੱਤੇ ਨੀਲਾ ਬਾਣਾ ਪਾਇਆ ਹੈ, ਅਤੇ ਹੱਥ 'ਚ ਨੇਜਾ ਫੜਿਆ, ਅਤੇ ਦੂਰੋਂ ਜਿਹੜਾ ਹੈਗਾ ਉਹ ਘੋੜਾ ਹੌਲੀ ਹੌਲੀ ਦਿਸਦਾ ਆ, ਚਿਹਰਾ ਥੋੜ੍ਹਾ ਥੋੜ੍ਹਾ ਦਿਸਣਾ ਸ਼ੁਰੂ ਹੁੰਦਾ ਆ। ਬੜੇ ਸ਼ਾਹਕਾਰੀ ਢੰਗ ਨਾਲ ਉਹ ਕਹਿੰਦੇ ਬਿਆਨ ਕਰਦਾ ਸਭ ਕੁਛ। ਜਦੋਂ ਨੇੜੇ ਆਏ ਤਾਂ ਪਤਾ ਲੱਗਾ ਬੜਾ ਇੱਕ ਬੀਬਾ ਸਿੱਖ ਚਿਹਰਾ,
ਜਿਹਦੇ 'ਚ ਬੜਾ ਨੂਰ ਝਲਕ ਰਿਹਾ ਹੈ। ਨੀਲਾ ਬਾਣਾ ਪਾਇਆ, ਹੱਥ 'ਚ ਨੇਜਾ ਫੜਿਆ ਹੈਗਾ, ਘੋੜੇ 'ਤੇ ਸਵਾਰ ਸਾਡੇ ਨੇੜੇ ਆ ਗਿਆ। ਸਾਰਿਆਂ ਨੇ ਇੱਕ ਲਾਈਨ 'ਚ ਖੜੇ ਹੋ ਕੇ ਆਉਂਦਿਆਂ ਨੂੰ ਉਹਨਾਂ ਨੂੰ ਫਤਿਹ ਬੁਲਾਈ ਹੈ। ਉਹ ਨੇਜੇ ਦੀ ਨੋਕ ਦੇ ਨਾਲ ਸਾਰਿਆਂ ਨੂੰ ਇਸ ਤਰੀਕੇ ਨਾਲ ਉਹਦੇ ਵੱਲ ਨੋਕ ਕਰਕੇ ਪੁੱਛਦੇ ਨੇ ਕਿਵੇਂ, ਕੀ ਹਾਲ ਹੈ, ਕੀ ਪੜ੍ਹਾਈ ਹੋ ਰਹੀ ਹੈ। ਇਸ ਤਰੀਕੇ ਨਾਲ ਕਰਦਿਆਂ ਮੇਰੇ ਤੱਕ ਵਾਰੀ ਆਉਂਦੀ ਰਾਈਟਰ ਤੱਕ, ਜਿਹੜਾ ਰਾਈਟਰ ਲਿਖਦਾ ਜਿਹਦੇ ਆਰਟੀਕਲ ਨੂੰ ਇੰਨਾ ਛਪਵਾਇਆ ਗਿਆ ਸੀਗਾ, ਉਸ ਆਰਟੀਕਲ 'ਚੋਂ ਆਪਣੀ ਐਕਸਪਲੇਨੇਸ਼ਨ ਕਰ ਰਿਹਾ। ਉਹ ਕਹਿੰਦੇ ਜਦੋਂ ਮੇਰੇ ਤੱਕ ਵਾਰੀ ਆਈ ਤਾਂ ਮੇਰੇ ਵੱਲ ਨੂੰ ਨੇਜ਼ਾ ਇਸ ਤਰੀਕੇ ਨਾਲ ਕੀਤਾ ਗਿਆ ਅਤੇ ਕਰਕੇ ਮੈਨੂੰ ਪੁੱਛਿਆ ਕੌਣ ਹੈ ਤੂੰ। ਨਾਲ ਦੇ ਸਾਥੀਆਂ ਨੇ ਦੱਸਿਆ ਪਿੰਡ ਦੇ ਵਿੱਚੋਂ ਮਹਾਜਨਾਂ ਬਾਣੀਆਂ ਦਾ ਮੁੰਡਾ ਆ। ਉਹ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਖੇਡਣ ਆਇਆ। ਕਹਿੰਦੇ ਜੀ, ਮੈਂ ਕਿਹਾ ਨਹੀਂ ਜੀ ਪੜ੍ਹਨ ਆਇਆ। ਕਹਿੰਦੇ ਅੱਛਾ ਪੜ੍ਹਨ ਆਇਆ, ਚੱਲ ਫਿਰ ਸੰਥਿਆ ਸੁਣਾ, ਸਬਕ ਸੁਣਾ। ਉਹ ਕਹਿੰਦੇ ਜੀ ਸਬਕ ਤਾਂ ਸੁਣਾਵਾਂਗੇ ਜੇ ਤੁਸੀਂ ਸੰਥਿਆ ਦੇਵੋਗੇ, ਕਿਉਂਕਿ ਮੈਨੂੰ ਜਾਂਦਾ ਮੈਂ ਆਇਆ ਤੁਸੀਂ ਸੰਥਿਆ ਦਿੱਤੀ ਨਹੀਂ, ਮੈਂ ਸੁਣਾ ਨਹੀਂ ਸਕਦਾ। ਉਹ ਕਹਿੰਦੇ ਇੰਨੀ ਗੱਲ ਜਦੋਂ ਮੈਂ ਕਹੀ, ਉਹਨੇ ਹੱਥ 'ਚ ਫੜੇ ਹੋਏ ਨੇਜ਼ੇ ਦੇ ਨਾਲ ਧਰਤੀ ਦੇ ਉੱਤੇ ਏਕਾ ਪਾ ਕੇ, ਊੜਾ ਵਾਹ ਕੇ, ਊੜੇ ਦਾ ਮੂੰਹ ਖੋਲ੍ਹ ਕੇ ਨਾਲ ਕਾਰ ਪਾ ਦਿੱਤੀ ਅਤੇ ਕਿਆ ਪੜ੍ਹ ਇੱਕ ਓਂਕਾਰ। ਕਹਿੰਦਾ ਮੈਂ ਪੜ੍ਹਿਆ ਇੱਕ ਓਂਕਾਰ। ਕਹਿੰਦਾ ਸੱਚ ਦੱਸਾਂ ਮੇਰੀ ਸਾਰੀ ਵਿੱਦਿਆ, ਸਾਰੀ ਤਾਲੀਮ ਇਸ ਇੱਕ ਓਂਕਾਰ ਤੋਂ ਸ਼ੁਰੂ ਹੋ ਕੇ ਇਸ ਇੱਕ ਓਂਕਾਰ 'ਚ ਹੀ ਖਤਮ ਹੋ ਜਾਂਦੀ ਹੈ। ਦੈਟਸ ਇਟ। ਜਿਹੜੀ ਆ ਬਾਤ ਆ, ਹਰ ਜੇਠ ਜੁੜੰਦਾ ਲੋਹੜੀ ਹੈ, ਸਭ ਤੋਂ ਜਰੇਸ਼ਟ ਸ਼੍ਰੇਸ਼ਟ ਓਂਕਾਰ। ਉਹਦੇ ਤੋਂ ਹੀ ਸ਼ੁਰੂ ਹੈ, ਉਹਦੇ ਤੇ ਖਤਮ ਹੈ, ਉਸ ਤੋਂ ਵੱਡਾ ਕੋਈ ਨਹੀਂ ਹੈਗਾ। ਉਹੀ ਇੱਕ ਜਿਹਨੂੰ ਇੰਗਲਿਸ਼ ਲੈਂਗੁਏਜ ਅਸੀਂ ਕਹਿੰਦੇ ਹਾਂ ਅਲਟੀਮੇਟ ਰਿਐਲਿਟੀ, ਅਕੀਦੀ ਹਕੀਕਤ। ਹੋਰ ਕੀ ਹਕੀਕਤ ਹੋਏਗੀ? ਉਹ ਕੱਲ ਵੀ ਸੀ, ਉਹ ਅੱਜ ਵੀ ਹੈ, ਆਉਂਦੇ ਕੱਲ ਵੀ ਹੈ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਵੀ ਸੱਚ। ਹਰ ਜੇਠ ਜੁੜੰਦਾ ਲੋਹੜੀ ਹੈ, ਜੋ ਇੰਨਾ ਸ਼੍ਰੇਸ਼ਟ, ਇੰਨਾ ਜਰੇਸ਼ਟ, ਇਹ ਸਭ ਕੁਝ ਜਿਹਦੇ ਵਿੱਚ, ਜਿਹਦੇ ਅੰਦਰ ਆਮਾਇਆ ਹੋਇਆ ਹੈ। ਆਪਣੇ ਆਪ ਨਾਲ ਗੱਲ ਹੋ ਰਹੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਉਹ ਮੇਰੇ ਮਨੁਆ, ਉਹ ਮੇਰੀ ਕੌਂਸ਼ੀਅਸ, ਉਹ ਮਾਈ ਕੌਂਸ਼ੀਅਸ, ਤੂੰ ਕਿਉਂ ਨਹੀਂ ਉਹਦੇ ਨਾਲ ਜੁੜਨਾ ਲੋੜਦੀ? ਇਹ ਬਾਤ ਹੈ। ਹਰ ਜੇਠ ਜੁੜੰਦਾ ਲੋੜੀ ਹੈ, ਕਿਉਂ ਨਹੀਂ ਤੇਰੇ ਅੰਦਰ ਇੱਕ ਕਸ਼ਿਸ਼ ਲਿਵ ਲੱਗਦੀ, ਤੂੰ ਪੈਸ਼ਨੇਟ ਹੁੰਦੀ, ਮੈਂ ਉਹਦੇ ਨਾਲ ਜੁੜਨਾ ਆ, ਕਿਉਂ ਨਹੀਂ ਜਿੱਦ ਫੜਦੀ ਤੂੰ? ਆ ਰੂਪ ਹੈ ਜੀ ਓਂਕਾਰ। ਇਤਨਾ ਆਭਾ ਮੰਡਤ ਆ, ਸਰਵ ਸ੍ਰੇਸ਼ਟ ਆ, ਮੇਰੀ ਸੁਰਤ ਕਿਉਂ ਨਹੀਂ ਉਹਦਾ ਗਾਹਕ ਬਣ ਰਹੀ? ਹਰ ਜੇਠ ਜੁੜੰਦਾ ਲੋੜੀ ਹੈ। ਫਿਰ ਕਿਆ? ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਭ ਨਿਵ ਜਾਂਦਾ ਆ, ਜਿਹਦੇ ਹੁਕਮ ਤੋਂ ਨਾ ਕੁਝ ਵੱਡਾ ਆ ਨਾ ਕੁਝ ਦੂਰ ਆ, ਜਿਹਦੇ ਵਿੱਚ ਹੀ ਸਭ ਚੱਲ ਰਿਹਾ ਹੈ। ਹਰ ਸੱਜਣ ਦਾਵਣ ਲੱਗਿਆ। ਦਾਵਣ ਲਿਖਿਆ ਲਫ਼ਜ਼, ਵੈਸੇ ਇਹਦੇ ਅਰਥ ਬਣਦੇ ਨੇ ਦਾਮਨ। ਜਿਹਦੇ ਦਾਮਨ ਨੂੰ ਫੜਨ ਤੋਂ ਬਾਅਦ, ਮਤਲਬ ਪੱਲਾ ਤੇ ਫੜਨਾ ਨਾ ਕਿਸੇ ਦਾ। Again, I would like to repeat few words. When, especially today's young generation, when they ask me, Bhai Sahab, we are atheist. We don't believe in anything, especially which we call God or Rabb or Vaheguru, whatever. मैं क्या वाहिगुरु ना है किसी आइडियोलॉजी का, किसी विचारधारा का. If you are telling me you are not follower of this ideology, that's acceptable. Totally, it's your actually own wish. But at the same time, I have one more question for you. Which ideology would you like to follow? ਜੇ ਓਂਕਾਰ ਜਿਹੜਾ ਹੈਗਾ ਵਾਹਿਗੁਰੂ ਦੀ ਆਈਡੀਓਲੋਜੀ ਫੋਲੋ ਨਹੀਂ ਕਰਨੀ, ਫਿਰ ਕਿਹੜੀ ਫੋਲੋ ਕਰੇਗਾ? ਕੋਈ ਤੇ ਵਿਚਾਰਧਾਰਾ ਅਪਣਾਏਗਾ ਨਾ ਜੀਵਨ ਜੀਣ ਵਾਸਤੇ. ਵੀ ਆਲ ਨੀਡ ਐਟ ਲੀਸਟ ਸਮਵਨ ਐਜ਼ ਏ ਰੋਲ ਮਾਡਲ, ਸਮ ਕਾਈਂਡ ਆਫ ਜਿਹੜੀ ਕੁਛ ਨਾ ਕੁਛ ਤੇ ਚਾਹੀਦਾ ਨਾ. ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਉਹਦਾ ਦਾਮਨ ਕਿਉਂ ਨਹੀਂ ਫੜ ਲੈਂਦਾ ਜਿਹਦਾ ਦਾਮਨ ਸਭ ਤੋਂ ਪਾਕ ਸਾਫ਼ ਤੇ ਉੱਚਾ ਆ, ਵੱਡਾ ਆ? ਰੱਬ ਜੀ ਦੇ ਨਾਲ ਕਿਉਂ ਨਹੀਂ ਸਾਂਝ ਬਣਾ ਲੈਂਦਾ? ਜਿਹਦੇ ਨਾਲ ਜੁੜਿਆ ਤੇਰਾ ਜੀਵਨ ਦਾ ਕਲਿਆਣ ਹੋ ਜਾਏ. ਇਹੋ ਜਿਹੀ ਵਿਚਾਰਧਾਰਾ, ਇਹੋ ਜਿਹੇ ਖਿਆਲ, ਇਹੋ ਜਿਹੀਆਂ ਸੋਚਾਂ, ਜਿਹਦੇ ਨਾਲ ਜੁੜਨ ਨਾਲ ਸਭ ਭਲਾ ਹੋਏਗਾ. ਹਰ ਜੇਠ ਜੁੜਨ ਦਾ ਲੋੜੀਆ, ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ. ਕੋਈ ਤੈਨੂੰ ਕਿਤੇ ਬੰਨ ਨਹੀਂ ਸਕਦਾ. ਸਭ ਤੋਂ ਵੱਡਾ ਬੰਨਣ ਕਿਹਨੇ ਬੰਨਿਆ? ਸਾਡੇ ਮਨ ਨੇ.
ਜਨਮਾਂ ਜਨਮਾਂਤਰਾਂ ਦੇ ਸੰਸਕਾਰ ਪਏ ਨੇ। ਚੰਗਾ ਸੁਣ ਵੀ ਲੈਣਾ, ਚੰਗਾ ਪੜ੍ਹ ਵੀ ਲੈਣਾ, ਚੰਗਾ ਬੋਲ ਵੀ ਲੈਣਾ, ਚੰਗਾ ਕਰਨ ਲੱਗਿਆ ਫਿਰ ਨਹੀਂ ਸ਼ਕਤੀ ਜੁੜਦੀ। ਇਹ ਕੀ ਹੈ? ਐਵੇਂ ਹੀ ਹੈ ਕਿ ਬੰਦਾ ਅੱਖਾਂ ਬੰਦ ਕਰਕੇ ਸਾਰੇ ਖਿਆਲ ਪਰੋਲੇ, ਸਭ ਕੁਝ ਕਰ ਲੇ, ਪਰ ਜੋ ਤੁਰਨ ਲੱਗੇ ਲੱਤ ਕਿਸੇ ਚੀਜ਼ ਨਾਲ ਵੱਜੀ ਹੋਏ, ਓ ਆਈ ਕੈਨ ਨੋਟ ਗੋ ਫਰੋਮ ਦਿਸ ਸਪੋਟ, ਆਈ ਕੈਨ ਨੋਟ ਮੂਵ ਐਨੀਵੇਅਰ, ਕਿਉਂਕਿ ਮੈਨੂੰ ਬੰਨ ਵੱਜ ਗਿਆ ਆ। ਸਭ ਜ਼ਿਕਰ ਕਰਦੇ ਇਹਦਾ ਦਾਮਨ ਫੜੇਗਾ ਸਭ ਬੰਧਨ ਟੁੱਟ ਜਾਣਗੇ, ਕੋਈ ਜ਼ੋਰ ਹੀ ਇੰਨਾ ਹੈ ਉਹਦੇ 'ਚ, ਤਾਕਤ ਇਤਨਾ, ਜੰਬੂਸ਼ ਇਤਨਾ ਹੈਗਾ ਹੈ। ਉਹਦੀ ਬਾਤ ਹੋ ਰਹੀ ਹੈ। ਮਾਣਕ ਮੋਤੀ ਨਾਮ ਪ੍ਰਭੂ ਨੂੰ ਲੱਗੈ ਨਾ ਹੀ ਸਮ। ਮਾਣਕ ਮੋਤੀ ਹਿਊਮਨ ਲਾਈਫ ਹੈ ਕੀ ਹੈ? ਪੈਸੇ, ਸਰਮਾਇਆ, ਦੌਲਤ ਇਕੱਠੀ ਕਰਨ, ਇਹਦੇ 'ਤੇ ਬੰਦਾ ਸਾਰੀ ਉਮਰ ਜ਼ੋਰ ਲਾ ਦਿੰਦਾ, ਹੋਰ ਤਾਂ ਕੁਛ ਵੀ ਨਹੀਂ ਹੈਗਾ। ਫਿਰ ਕਈ ਵਾਰ ਐਸਾ ਵੀ ਆਉਂਦਾ ਆ, COVID-19 ਚੱਲ ਰਿਹਾ ਹੈ, people who are dying due to this pandemic, people who are suffering with this pandemic, ਉਹਨਾਂ ਨੂੰ ਜਾ ਕੇ ਪੁੱਛੋ what is important। ਮੈਂ ਬੇਨਤੀ ਕੀਤੀ ਸੀ ਕਿ ਇਸ ਕੋਵਿਡ ਤੋਂ ਬਾਅਦ ਬਹੁਤ ਚੀਜ਼ਾਂ ਬਦਲਣਗੀਆਂ। until now when we actually talk in general level, in general manners, most of the time we try to show other people what I have earned until now as a property. Those components were way important than anything else. But from this pandemic or this actually time period, people might discuss at a different level. They might say that, you know, what I have, at least I'm healthy. मैं ना ठीक ठाक हाँ, मेरा इम्यून सिस्टम तगड़ा आ, मैनू कोई ਇਹੋ ਜਿਹੀ प्रॉब्लम नहीं हैगी। ये एसेट बनेगा। माणक मोती ये ਜਿਹੜੇ ਸੰਸਾਰੀ ਤੌਰ 'ਤੇ ਨੇ ਇਹ ਛੋਟੇ ਹੋ ਜਾਣਗੇ। ਬਲਕਿ ਬੰਦਾ ਜੇ ਵੀ ਸੋਚੇ ਮੈਂ ਹੈਲਦੀ ਹਾਂ, ਮੈਂ ਚੰਗਾ ਹਾਂ, ਮੈਂ ਸਾਲਾਂ ਦੇ ਸਾਲ ਜੀ ਰਿਹਾ, ਫॉर व्हाट? ਜਸਟ ਟੂ ਸਪੈਂਡ ਟਾਈਮ ਓਵਰ ਹੇਅਰ, ਦੈਟਸ ਨੋਟ ਅ ਅਚੀਵਮੈਂਟ। ਦੈਨ ਵਾਟ ਇਜ਼ ਅਚੀਵਮੈਂਟ? ਅਚੀਵਮੈਂਟ ਇਹ ਹੈ ਮੇਰੇ ਕੋਲੋਂ ਚੰਗਾ ਕੋਈ ਕੰਮ ਹੋ ਗਿਆ, ਮੈਂ ਚੰਗੇ ਕੰਮ ਵਾਸਤੇ ਕਿਤੇ ਆਪਣੇ ਆਪ ਨੂੰ ਲਗਾ ਪਾਇਆ, ਮੈਂ ਐਨਰਜੀ ਨੂੰ ਇਸ ਸੰਸਾਰ ਦੇ ਵਿੱਚ ਕੁਝ ਪ੍ਰੋਡਕਟਿਵ, ਕੁਝ ਕ੍ਰੀਏਟਿਵ ਕਰਨ ਵਾਸਤੇ ਕੰਟਰੀਬਿਊਟ ਕੀਤਾ ਹੈਗਾ। ਇਹ ਹੈ ਮਾਣਕ ਮੋਤੀ। ਗੁਰੂ ਮਹਾਰਾਜ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ, ਉਹ ਪ੍ਰਭੂ ਦਾ ਨਾਮ ਜਿਹੜਾ ਹੈ ਇਸ ਕਿਸਮ ਦੇ ਜੀਵਨ ਮੇਰੇ ਤੋਂ ਕਮਾਣ ਪੁਗਾਉਣ ਵਾਸਤੇ ਮੈਨੂੰ ਪ੍ਰੇਰ ਸਕਿਆ, ਮੈਨੂੰ ਲਿਜਾ ਸਕਿਆ ਉਸ ਪਾਸੇ, ਉਹ ਮਿਲਿਆ ਮੈਨੂੰ, ਉਹਨੂੰ ਲੱਗਿਆ ਨਾ ਹੀ ਸੰਨ। ਤੇ ਇਸ ਮਾਣਕ ਨੂੰ ਤਾਂ ਕੋਈ ਸੰਨ ਵੀ ਨਹੀਂ ਲਾ ਸਕਦਾ। ਦੁਨੀਆ ਦੀ ਚੰਗੀ ਤੋਂ ਚੰਗੀ ਦੌਲਤ ਜਿਹੜੀ ਉਹ ਨਖੁੱਟ ਜਾਂਦੀ ਹੈ, ਕਿਸੇ ਕੰਮ ਦੀ ਨਹੀਂ ਰਹਿੰਦੀ। ਸੱਚਾਈ ਹੈ, ਮਾਫੀ ਮੰਗਾਂਗਾ ਮੈਂ। ਅਸੀਂ ਵਿੱਦਿਆ ਬਾਰੇ ਕਹਿੰਦੇ ਹੁੰਦੇ ਸੀਗੇ ਕਿ ਵਿੱਦਿਆ ਐਸਾ ਧਨ ਹੈ ਕੋਈ ਚੁਰਾ ਨਹੀਂ ਸਕਦਾ, ਇਹ ਨਖੁੱਟਦਾ ਨਹੀਂ ਗਾ। ਇਹ ਸੱਚ ਹੈ। ਇੱਕ ਬੰਦਾ ਕੋਈ ਸਕਿੱਲ ਸਿੱਖਦਾ ਹੈ ਆਪਣੇ ਹੱਥਾਂ ਦੇ ਨਾਲ, ਤੇ ਕੁਦਰਤੀ ਤੌਰ 'ਤੇ ਕਿਤੇ ਐਸਾ ਨਾ ਹੋਏ। ਬੜੇ ਲੋਕ ਮੈਂ ਦੇਖੇ ਨੇ, ਕੁਝ ਐਕਸੀਡੈਂਟ ਹੋ ਜਾਏ, ਕੁਝ ਹੋ ਜਾਏ, ਕੁਝ ਮਸਲ ਸੈਕਟ ਨਾ ਕਰਨ, ਕੰਮ ਨਾ ਕਰਨ, ਇਸ ਤਰੀਕੇ ਦੇ ਨਾਲ ਸਾਰੀ ਪੜ੍ਹੀ ਹੋਈ ਵਿੱਦਿਆ ਬੇਕਾਰ ਹੋ ਜਾਂਦੀ ਹੈ, ਬਲਕਿ ਡਿਪਰੈਸਡ ਹੋ ਜਾਂਦੇ ਨੇ, ਬਲਕਿ ਅੰਦਰ ਹੋਰ ਮਾੜੀ ਹਾਲਤ ਬਣਦੀ ਹੈ। ਅਸਲ ਹੁਕਮ ਨੂੰ ਸਮਝਣ ਦੀ ਜਾਚ ਆ ਜਾਏ ਬੰਦੇ ਨੂੰ। ਇਸ ਸੰਸਾਰ ਦੇ ਵਿੱਚ ਇਹ ਸਭ ਕਰਤਾਰ ਦੀ ਵਿਦਿਆ, ਮਿਲਣਾ, ਵਿਛੜਨਾ, ਪ੍ਰਾਪਤ ਹੋਣਾ, ਗਵਾਚ ਜਾਣਾ, ਇਹ ਸਭ ਇਹ ਵੱਡੀ ਖੇਡ ਸਮਝ ਆਵੇ। ਇਹੋ ਜਿਹੀ ਵਿਦਿਆ ਆ ਜਾਏ ਫਿਰ ਇੰਝ ਲੱਗਦਾ ਕਿਸੇ ਚੀਜ਼ ਨੂੰ ਵੀ ਸੰਨ ਨਹੀਂ ਲੱਗ ਸਕਦੀ। ਫਿਰ ਤੇ ਬੰਦੇ ਦਾ ਜੀਵਨ ਵੀ ਜਿਹੜਾ ਆ ਐਸਾ ਹੋ ਜਾਏ, ਬੰਦੇ ਨੂੰ ਕਹਿੰਦਾ ਵੀ ਚਲੇ ਜਾਣਾ, ਉਹ ਕਹਿੰਦੇ ਚਲੇ ਕਿੱਥੇ ਜਾਣਾ ਹੈ, ਇੱਥੇ ਹੀ ਤੇ ਸੰਸਾਰ ਮਿੱਟੀ 'ਚੋਂ ਬਣਿਆ, ਮਿੱਟੀ 'ਚ ਮਾ ਜਾਣਾ। ਰੂਹ ਇੱਕ ਵੱਡੇ ਲੈਵਲ 'ਤੇ ਜਿਹੜੀ ਹੈ ਉਹ ਆਪਣੇ ਆਪ ਨੂੰ ਅਹਿਸਾਸਣ ਲੱਗ ਜਾਏ, ਉਹਦੀ ਬਾਤ ਹੋ ਰਹੀ ਹੈ ਇਹਦੇ 'ਚ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਫਿਰ ਜਾ ਕੇ ਹੁਕਮ ਵੀ ਸਮਝ ਆ ਜਾਂਦਾ। ਰੰਗ ਸਭੇ ਨਾਰਾਇਣ, ਅਸੀਂ ਬਚਨ ਪੜ੍ਹਦੇ ਨਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ। ਗੱਲ ਚੰਗੀ ਇਹ ਹੈ ਰੰਗ ਸਭੇ ਨਾਰਾਇਣ ਹੈ। ਮੈਨੂੰ ਆਹ ਰੰਗ ਬੜਾ ਚੰਗਾ ਲੱਗਦਾ। ਰੰਗ ਤੋਂ ਮੀਨ ਹੈ type of situations. We are all seeker of some kind of movement, some kind of happy moments or happy situations. We just want to create them, we just want to earn them and enjoy them.
ਜੇ ਕਿਤੇ ਮਨ ਭਾਉਂਦੀ ਉਹੋ ਜਿਹੀ ਸਿਚੁਏਸ਼ਨ ਨਾ ਮਿਲੇ, ਸਾਨੂੰ ਸਾਡੇ ਅਕੋਰਡਿੰਗਲੀ ਕੋਈ ਚੀਜ਼ਾਂ ਨਾ ਬਣਨ, ਉਹ ਰੰਗ ਸਾਨੂੰ ਬੜਾ ਬੇਕਾਰ ਲੱਗਦਾ। ਮੈਂ ਜ਼ਾਹਿਰਾ ਤੌਰ 'ਤੇ ਕਾਉਂਸਲਿੰਗ ਵਿੱਚ ਦੇਖਿਆ ਹੈਗਾ, ਜਿੱਥੇ ਲੋਕ ਮੋਰਨਿੰਗ ਦੇ ਅੰਦਰੋਂ ਜਾਂਦੇ ਨੇ, ਵੈਨ ਪੀਪਲ ਐਕਚੁਅਲੀ their beloved one dies and those things happen, that time most of the time people actually say, I really want to go away anywhere, I want to run away from this situation but I cannot। ਵੱਧ ਤੋਂ ਵੱਧ ਕੀ ਕਰਾਂ, ਘਰ ਛੱਡ ਕੇ ਭੱਜ ਜਾਵਾਂਗਾ, ਸ਼ਹਿਰ ਛੱਡ ਜਾਵਾਂਗਾ, ਪਰ ਉਹ ਤਾਂ ਅੰਦਰ ਹੈ ਨਾ ਵੀ ਉਹ ਚਲਾ ਗਿਆ, ਉਹ ਨਹੀਂ ਰਿਹਾ, ਉਹ ਮਰ ਗਿਆ, ਉਹ ਗੁਜ਼ਰ ਗਿਆ, ਕੋ ਕੀ ਹੋਏਗਾ ਫਿਰ? ਬੰਦੇ ਨੂੰ ਨਹੀਂ, ਉਸ ਰੰਗ ਨੂੰ ਉਹ ਬੰਦਾ ਵੇਖ ਨਹੀਂ ਸਕਦਾ, ਉਹ ਸੁਣ ਨਹੀਂ ਸਕਦਾ, ਉਹਦੇ ਨਾਲ ਨਜਿੱਠ ਨਹੀਂ ਸਕਦਾ। ਇੱਥੇ ਜਾ ਕੇ ਰੰਗ ਸਭੇ ਨਾਰਾਇਣ, ਪਤਾ ਲੱਗਾ ਇਹ ਸਭ ਉਹਦੇ ਹੀ ਨੇ, ਸਭ ਵਿੱਚ ਨਾਰਾਇਣ ਆਪ ਹੀ ਵਸ ਰਿਹਾ। ਕਿਤੇ ਤੋਂ ਘਬਰਾਉਣਾ ਤੇ ਕਿਤੇ ਤੋਂ ਭੱਜਣਾ ਹੈਗਾ। ਜੇਤੇ ਮਨ ਪਾਵਨ, ਇਹ ਸਭ ਮਨ ਭਾਉਂਦੇ ਹੋ ਜਾਂਦੇ ਨੇ। ਮਨ ਦੀ ਅਵਸਥਾ ਇੱਕ ਹਾਇਰ ਲੈਵਲ ਤੇ ਚਲੀ ਜਾਂਦੀ ਹੈਗੀ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਫਿਰ ਇਹਦੇ 'ਚ ਨੌਨ ਜਜਮੈਂਟਲ ਜਿਹੜਾ ਸਕੂਲ ਆਫ ਥਾਟ ਆ, ਉਹ ਬੰਦੇ ਨੂੰ ਅਰਨ ਕਰਨਾ ਆ ਜਾਂਦਾ ਹੈਗਾ। ਜੋ ਹਰ ਲੋੜੇ ਸੋ ਸੋਈ ਜੀ ਕਰਨ, ਸੋ ਕਰੇ ਸੋਈ ਜੀ ਕਰਨ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਲੋੜਦਾ ਸਾਡੇ ਤੋਂ ਹੋ ਰਿਹਾ ਆ। ਇੱਕ ਗਿਵਨ ਸਰਕਮਸਟੈਂਸਿਸ ਨੇ ਐਕਚੁਅਲੀ ਇਸੇ ਹਾਜ਼ਰੀ 'ਚ ਆਪਾਂ ਇੱਕ ਦਿਨ, ਡੂ ਵੀ ਹੈਵ ਫਰੀ ਵਿਲ ਔਰ ਐਵਰੀਥਿੰਗ ਹੈਜ਼ ਬੀਨ ਡਿਟਰਮਿਨਡ ਬਾਈ ਐਨੀ ਐਕਚੁਅਲੀ ਹਾਇਰ ਲਾ ਔਰ ਹਾਇਰ ਕਾਜ਼ਮੋ, ਇਹਦੀ ਗੱਲ ਹੋ ਰਹੀ ਹੈ। ਅਤੇ ਉਹਦੇ 'ਚ ਗੱਲ ਹੋਈ ਕਿ ਨਹੀਂ ਵੀ ਡੋਂਟ ਹੈਵ ਫਰੀ ਵਿਲ, ਇਹ ਵੱਡੇ ਹੁਕਮ ਵਿੱਚ ਸਭ ਕੁਛ ਹੋ ਰਿਹਾ ਹੈਗਾ। ਇਹ ਹੁਣ ਸਾਇੰਟੀਫਿਕਲੀ ਚੀਜ਼ਾਂ ਆ ਰਹੀਆਂ ਨੇ, ਬੰਦਾ ਸਰਟਨ ਜੈਨੇਟਿਕ ਮੇਕਅਪ ਨਾਲ ਆ ਰਿਹਾ, ਸਰਟਨ ਨਿਊਰੋ ਐਬਿਲਿਟੀ ਨਾਲ ਆ ਰਿਹਾ, ਸਰਟਨ ਕਿਸਮ ਦੇ ਸਰਕਮਸਟੈਂਸਿਸ ਮਿਲ ਰਹੇ ਨੇ। ਇਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ, ਕੰਬੀਨੇਸ਼ਨ ਕਰਕੇ ਜਗ੍ਹਾ 'ਤੇ ਪਾਓਗੇ, ਜਿਹੜਾ ਇਹ ਕੰਪੋਨੈਂਟ ਸਾਰਾ ਦਾ ਸਾਰਾ ਹੈਗਾ, ਜਦੋਂ ਐਕਟ ਕਰੇਗਾ, ਜਦੋਂ ਵੀ ਐਕਟ ਕਰਵਾਓਗੇ ਇੱਕੋ ਜਿਹਾ ਕਰੇਗਾ। ਫਰੀ ਵਿਲ ਕਾਹਦੀ ਹੋਈ ਫਿਰ? ਮਤਲਬ ਚੋਇਸਿਸ ਜਿਵੇਂ ਦੀਆਂ ਉਹਨੇ ਉਹਨਾਂ ਸਰਕਮਸਟੈਂਸਿਸ ਉਸ ਜੈਨੇਟਿਕ ਮੇਕਅਪ ਤੇ ਉਸ ਨਿਊਰੋ ਐਬਿਲਿਟੀ ਨਾਲ ਜਿੱਥੇ ਬਣਾਈਆਂ ਨੇ, ਉਹ ਜਿੰਨੀ ਵਾਰੀ ਵੀ ਕਰੋਗੇ ਉਵੇਂ ਹੀ ਬਣਾਏਗਾ, ਉਵੇਂ ਹੀ ਬਣਾਏਗਾ, ਰੈਪੀਟੀਸ਼ਨ ਹੁੰਦੀ ਜਾਏਗੀ ਨਾਲ ਦੀ ਨਾਲ। ਇੱਥੇ ਜਾ ਕੇ ਪਤਾ ਲੱਗਦਾ ਆ ਕਿ ਅਸੀਂ ਜਜਮੈਂਟਲ ਕਿਵੇਂ ਹੋ ਸਕਦੇ ਹੈਗੇ। ਫਿਰ ਇੱਥੇ ਕੀਤਾ ਕੀ ਜਾਏ, ਕੀਤਾ ਇਹ ਕੀ ਜਾਏ, ਅਰਦਾਸ ਕੀਤੀ ਜਾਏ, ਬੇਨਤੀ ਕੀਤੀ ਜਾਏ। ਤੂੰ ਤੇ ਸਮਰੱਥ ਹੈ ਨਾ, ਤੂੰ ਤੇ, ਤੇਰੇ ਹੁਕਮ ਤੋਂ ਤੇ ਕੁਝ ਵੀ ਬਾਹਰ ਨਹੀਂਗਾ। ਮੈਨੂੰ ਇਹ ਨਵਾਜ਼ਿਸ਼ ਕਰ, ਬਖਸ਼ਿਸ਼ ਕਰ, ਤੇਰੇ ਇਸ ਹੁਕਮ ਦੇ ਵਿੱਚ ਮੇਰੀ ਤੜਪਣਾ ਮੁੱਕੇ, ਮੇਰੇ ਆਲੇ ਦੁਆਲੇ ਦੀ ਤੜਪਣਾ ਮੁੱਕੇ, ਸਫਰਿੰਗ ਉਹ ਮੁੱਕ ਜਾਏ। ਫਿਰ ਇਹ ਵੀ ਹੈ ਜਿਹੜਾ ਇੱਕ ਵਾਕਿਆ 'ਚ ਕਾਸਮੈਟ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਇੱਕ ਯੂਨੀਵਰਸਲ ਸਾਈਡਸ ਤੋਂ ਲਾ ਆਫ ਕਾਜ਼ਮੋ ਦੇ ਅੰਦਰ ਜਿਹੜਾ ਹੈ ਰਾਈਟ ਕੰਮ ਕਰਨ ਦੀ, ਉਹ ਜਾਚ ਫਿਰ ਬੰਦੇ ਨੂੰ ਉਸ ਤਰੀਕੇ ਨਾਲ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਕਮ ਮੰਨਿਆ ਹੀ ਇਹ ਚੀਜ਼ ਹੋ ਗਈ, ਹੁਕਮ ਮੰਨਿਆ ਹੋਏ ਪ੍ਰਵਾਨ, ਜਿਵੇਂ ਉਹ ਬਾਤ ਬਣ ਗਈ। ਉਹਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ ਸਈ ਕਹੀਆਂ ਧਨ। ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਉਹ ਧਨਤਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਨੂੰ ਵਾਹ ਵਾਹ ਪ੍ਰਾਪਤ ਹੋ ਜਾਂਦੀ ਹੈ। ਬੰਦਾ ਆਪਣੇ ਜੀਵਨ ਦੇ ਵਿੱਚ ਜੋ ਕੁਝ ਵਾਪਰਦਾ ਹੁੰਦਾ ਆ, ਮੋਸਟਲੀ ਉਸ ਤੋਂ ਸੈਟਿਸਫਾਈਡ ਨਹੀਂ ਹੁੰਦਾ। ਤੋ ਸੈਟਿਸਫੈਕਸ਼ਨ ਤਾਂ ਕਰਕੇ ਵੀ ਨਹੀਂ ਆਉਂਦੀ ਕਿਉਂਕਿ ਉਹਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਹਰ ਲੈਵਲ 'ਤੇ ਹਾਇਰ ਹੁੰਦੀਆਂ ਜਾਂਦੀਆਂ ਨੇ, ਅਤੇ ਉਸ ਲੈਵਲ 'ਤੇ ਉਹ ਜਿਹੜਾ ਉਹਨਾਂ ਨੂੰ ਮੇਨਟੇਨ ਨਹੀਂ ਕਰ ਪਾਉਂਦਾ, ਉਹਨਾਂ ਨੂੰ ਅਚੀਵ ਨਹੀਂ ਕਰ ਪਾਉਂਦਾ। ਪਰ ਜਿੱਥੇ ਜਾ ਕੇ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਉੱਥੇ ਜਾ ਕੇ ਤੇ ਸਭ ਜ਼ਿਕਰ ਕਰਦੇ ਕਿ ਹਾਲਤ ਇਹ ਹੈ ਸਈ ਕਹੀਆਂ ਧਨ। ਫਿਰ ਬੰਦਾ ਆਪ ਹੀ ਧਨ ਹੋ ਜਾਂਦਾ। ਉਹਦੇ ਅੰਦਰੋਂ ਵੀ ਆਪਣੇ ਪ੍ਰਤੀ ਸਨੇਹਤਾ, ਪਿਆਰ, ਖਲੂਸ, ਮੁਹੱਬਤ ਆਉਂਦੀ ਹੈ, ਬਾਹਰੋਂ ਉਹਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜੋ ਅੰਦਰ ਲੋੜਦੇ ਆ ਉਹੀ ਬਾਹਰੋਂ ਆ ਰਿਹਾ। ਇਹੀ ਸਿਮਰਨ ਹੈ। ਅਗਲਾ ਬਚਨ ਹੈ ਆਪਨ ਲਿਆ ਜੇ ਮਿਲੈ ਵਿਛੁੜ ਕਿਉਂ ਰੋਵਨ। ਬਾਕੀ ਆਪਣੀ ਮਰਜ਼ੀ ਨਾਲ ਜੇ ਸਭ ਕੁਝ ਹੁੰਦਾ ਹੈ ਤੇ ਫਿਰ ਵਿਛੋੜੇ ਕਿਉਂ ਪੈਣ, ਫਿਰ ਸਫ਼ਰ ਕਿਉਂ ਕਰਨ ਲੋਕ। ਇੱਥੇ ਜਾ ਕੇ ਫਿਰ ਕਿਹਾ ਜੇਠ ਜੁੜਨ ਦਾ, ਉਹ ਵੱਡੇ ਦੇ ਹੱਥ ਹੈ ਸਭ ਡੋਰ ਉਹਦੀ। ਉਹਨੂੰ ਜਿਹਨੂੰ ਬਾਣੀ ਨੇ ਬਚਨ ਕਿਹਾ, ਪ੍ਰਭ ਡੋਰੀ ਹਾਥ ਤੁਮਹਾਰੇ, ਤੇਰੇ ਹੱਥ ਤੇ ਡੋਰ ਹੈ ਸਾਈਂ, ਜਿਵੇਂ ਤੂੰ ਖਿੱਚੇਗਾ ਉਵੇਂ ਚੱਲੇਗੀ। ਇਸ ਕਰਕੇ ਜੇ ਆਪਣਾ ਬਾਤ ਬਣਨੀ ਹੋਏ ਤੇ ਸਾਰੇ ਨਾ ਬਣਾ ਲੈਣ। ਆਪਨ ਲਿਆ ਜੇ ਮਿਲਿਆ ਵਿਛੁੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ। ਇਹ ਨਾਨਕ ਕਹਿ ਸਾਧੂ ਸੰਗ, ਇੱਥੇ ਗੁਰੂ ਨੂੰ ਸਾਧੂ ਕਿਹਾ ਆ। ਜੇ ਗੁਰੂ ਸਾਧੂ ਤਰਸ ਕਰੇ ਤੇ ਗੁਰੂ ਸਾਧੂ ਉਹ ਹੈ ਜਿਹਨੇ ਮੰਨੈ ਤਰੇ ਤਾਰੇ ਗੁਰਸਿੱਖ।
ਉਹਨੇ ਸੱਚ ਦੇ ਨਾਮ ਨੂੰ ਮੰਨਿਆ, ਆਪ ਭਵਸਾਗਰ ਤੋਂ ਤਰਨਾ ਕੀਤਾ, ਤੇ ਕੀਤਾ ਇਕੱਲਾ ਨਹੀਂ, ਦੂਜਿਆਂ ਨੂੰ ਸਿਖਾਉਣ ਦਾ ਇੰਤਜ਼ਾਮ ਕੀਤਾ। ਇਹੋ ਜਿਹੇ ਸਾਧੂ ਦਾ ਸੰਗ ਮਿਲੇ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਨੀ, ਜਿਸ ਕੈ ਭਾਗ ਮਥਨ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਸੰਸਾਰ ਦੇ ਵਿੱਚ, ਉਸ ਸ਼੍ਰੇਸ਼ਟ ਦੇ ਇਸ ਰੰਗੀਲੀ ਦੁਨੀਆ ਦੇ ਵਿੱਚ, ਤਿਸ ਧਨੀ ਜਿਸ ਕੈ ਭਾਗ ਮਥਨ, ਉਹਨੂੰ ਧਨੀ ਮਿਲ ਜਾਂਦਾ ਹੈ, ਉਹਨੂੰ ਪਤੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ, ਜਿਹਦੇ ਭਾਗ ਮਥਨ, ਮੱਥੇ ਦੇ ਭਾਗ ਮਥੋਰ ਹੋ ਜਾਂਦੇ ਨੇ। ਭਾਵ ਜਿਨ੍ਹਾਂ ਤੇ ਤਰਸ ਕਰਕੇ, ਹੁਣ ਮੱਥਾ ਐਕਚੁਅਲ ਲੈਵਲ ਤੇ ਸਿੰਬਲ ਆ, ਪ੍ਰਤੀਕ ਆ, ਮੈਟਾਫੋਰ ਆ, ਅਧਿਆਤਮਕਤਾ ਦਾ ਮੈਟਾਫੋਰ ਆ, ਵਿਵੇਕਸ਼ੀਲਤਾ ਦਾ, ਜਿਹਨੂੰ ਉਹ ਤਰਸ ਕਰ ਦਿੰਦਾ ਹੈਗਾ। ਸਾਹਿਬ ਰਹਿਮਤ ਕਰਨ ਨਾਲ ਮੈਂ ਵਾਕਿਆ 'ਚੋਂ ਚੰਗੇਰੀ ਪ੍ਰੇਰਨਾ ਮਿਲੇ। ਮੈਂ ਵਿਚਾਰ ਸ਼ੁਰੂ ਕੀਤੀ ਸੀਗੀ, ਉਦੋਂ ਜ਼ਿਹਨ ਵਿੱਚ ਸੀ ਕਿ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਵੀ ਸੀਗਾ, ਉਹਦੇ ਉੱਤੇ ਬਾਤ ਪਾਵਾਂਗੇ। ਪਰ ਉਹ ਜਿਵੇਂ ਸਮਾਂ ਵਿਚਾਰ ਚੱਲਦੀ ਗਈ, ਸਮੇਂ ਦੇ ਵਿੱਚ ਉਸ ਰੂਪ ਵਿੱਚ ਸਮਾਂ ਨਾ ਰਿਹਾ, ਪਰ ਫਿਰ ਵੀ ਆਪ ਸਮੂਹ ਸੁਣਨ ਵਾਲਿਆਂ ਨੂੰ ਦਿਲੀ ਤੌਰ 'ਤੇ ਪਾਵਨ ਗੁਰਪੁਰਬ ਦੀ ਮੁਬਾਰਕਬਾਦ। ਆਉਂਦੇ ਸਮੇਂ ਦੇ ਵਿੱਚ ਬਾਤ ਪਾਵਾਂਗੇ ਉਸ ਮੇਰੀ ਪੀਰੀ ਦੇ ਵਾਰਸ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਤ। ਅੱਜ ਵਾਸਤੇ ਅੱਜ ਸਮਾਂ ਸਮਾਪਤ ਆ। ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹਾਂ। ਮਾਲਕ ਤਰਸ ਕਰੇ, ਬੰਦੀ ਛੋੜ ਦਾਤਾ ਆ। ਜਿਨ੍ਹਾਂ ਦੇ ਬੰਧਨ ਕਦੀ ਨਹੀਂ ਸੀ ਛੁੱਟ ਸਕਦੇ, ਉਹਨਾਂ ਦੇ ਵੀ ਛੁੱਟ ਗਏ। ਤੇ ਸੱਚ ਇਹ ਆ, ਲੋਕੀ ਸੋਚਦੇ ਕਿ ਅੱਜ ਵੀ ਬੰਧਨ ਪੈ ਗਏ, ਇਸ ਤਰੀਕੇ ਨਾਲ ਅਸੀਂ ਬੰਨੇ ਹੀ ਗਏ ਆ। ਨਾ ਦਿਸਦੀਆਂ ਤੰਦਾਂ ਨਾਲ ਬੰਨੇ ਆ, ਘਰਾਂ ਥਾਵਾਂ ਹਰ ਜਗ੍ਹਾ ਤੇ ਜਕੜੇ ਪਏ ਇਸ ਤਰੀਕੇ ਨਾਲ। ਭਾਈ ਜੇ ਅੱਜ ਵੀ ਤੁਸੀਂ ਚਾਹੋ ਤੇ ਅਰਦਾਸ ਕਰੋ, ਤੇ ਛੁੱਟਣ ਦੀ ਉਮੀਦ ਤੇ ਉਹਨਾਂ ਦੀ ਵੀ ਨਹੀਂ ਸੀਗੀ। ਉਹ ਵੀ ਕਿਲੇ 'ਚ ਕੈਦ ਸੀਗੇ, ਤੇ ਉਹਨਾਂ ਨੂੰ ਸੀ ਮੌਤ ਹੀ ਲੈ ਕੇ ਜਾਏਗੀ, ਹੋਰ ਤੇ ਕਿਸੇ ਨੇ ਲੈ ਕੇ ਜਾਣਾ। ਪਰ ਇੱਕ ਦਿਨ ਮੌਤ ਨਹੀਂ ਆਈ, ਕਾਲ ਨਹੀਂ ਆਇਆ। ਹਾਂ, ਅਕਾਲ ਪ੍ਰਸਤ ਪਹੁੰਚਿਆ ਉੱਥੇ, ਜਿਹਨੇ ਅਕਾਲ ਦੇ ਤਖਤ ਦੀ ਸਥਾਪਨਾ ਕੀਤੀ ਸੀ। ਉਸ ਅਕਾਲ ਦੇ ਰੂਪ ਨੂੰ ਮਾਨਣ ਤੇ ਚੀਨਣ ਵਾਲੀ ਹਸਤੀ ਨੇ ਐਸਾ ਪੱਲਾ ਫੜਾਇਆ, ਹਰ ਸੱਜਣ ਦਾਮਨ ਲੱਗਿਆ, ਉਹਦਾ ਦਾਮਨ ਫੜ ਲਿਆ। ਜਦੋਂ ਦਾਮਨ ਫੜ ਲਿਆ ਤੇ ਫਿਰ ਉਹ ਜਿਹੜਾ ਬੰਦੀ ਛੋੜਿਆ ਨਾ, ਉਹ ਸਤਿਗੁਰੂ, ਉਹ ਬੰਧਨ ਫਿਰ ਤੋੜ ਦਿੰਦਾ ਆ। ਅੱਜ ਵੀ ਲੱਗਦਾ ਆ ਬੰਧਨ ਪੈ ਗਏ ਨੇ, ਸਮਰ ਖਰਾਬ ਹੋ ਗਈ ਹੈ, ਮੈਰਿਜ ਦਾ ਪ੍ਰੋਗਰਾਮ ਉਲੀਕਿਆ ਸੀ, ਖਰਾਬ ਹੋ ਗਿਆ, ਫਲਾਂ ਹੋ ਗਿਆ, ਫਲਾਂ ਹੋ ਗਿਆ। ਉਹ ਸਤਿਗੁਰੂ ਹੈ, ਅਰਦਾਸ ਕਰੋ, ਹੋ ਸਕਦਾ ਸਾਡੇ ਵੀ ਬੰਧਨ ਤੋੜ ਦੇ। ਦਾਤਾ ਤੂੰ ਕੱਲ ਵੀ ਬੰਧਨ ਤੋੜੇ ਸਨ, ਤੂੰ ਅੱਜ ਵੀ ਤੋੜ ਸਕਦਾ ਹੈ। ਸੋ ਇਹ ਅਹਿਸਾਸ ਆਪਣੀ ਸੁਰਤ 'ਚ ਲੈ ਕੇ ਆਓ, ਕਲਿਆਣ ਹੋਏਗਾ। ਅੱਜ ਵਾਸਤੇ ਇੱਥੇ ਸਮਾਪਤੀ ਕਰਦੇ ਹਾਂ। ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਚੱਲ ਰਹੇ ਨੇ, ਸੇਵਾਦਾਰ ਵੱਡੇ ਲੈਵਲ 'ਤੇ ਲੰਗਰਾਂ ਦੀਆਂ ਸੇਵਾਵਾਂ ਕਰ ਰਹੇ ਨੇ। ਆਪ ਜੀ ਨੇ ਨਤਮਸਤਕ ਹੋਣਾ ਹੈ, ਗੁਰੂ ਦਰਬਾਰ ਆਓ, ਮੱਥਾ ਟੇਕੋ। ਹਾਂ, ਜਿਹੜੇ ਮੈਜਰਮੈਂਟ ਲਏ ਜਾ ਰਹੇ ਨੇ ਉਹਨਾਂ ਦਾ ਪੂਰਾ ਖਿਆਲ ਰੱਖੋ, ਕਿਉਂਕਿ ਜੋ ਸਿਟੀਜ਼ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਇੰਸਟਰਕਸ਼ਨਸ, ਵੀ ਹੈਵ ਟੂ ਫੋਲੋ ਦੈਮ ਐਂਡ ਵੀ ਆਰ ਸਟ੍ਰਿਕਟਲੀ ਫੋਲੋਇੰਗ ਦੈਮ ਵਿਦਾਊਟ ਐਨੀ ਐਕਚੁਅਲੀ ਡਾਊਟ। ਸੋ ਇੱਥੇ ਹੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਸਿਮਰਨ ਦਾ ਹੈ। ਗੁਰਮੁਖ ਸੱਜਣ ਆ ਗਏ ਨੇ, ਬੜੇ ਸੁੰਦਰ ਢੰਗ ਨਾਲ ਸਾਰੀ ਸੇਵਾ ਨਿਭਾਉਣਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ